ਜੀ ਨਾਨਕ ਅੰਗਦ ਗੁਰੂ ਅਮਰਦਾਸ ਪਰਵੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਆਪਣੇ ਨਿਕਟ ਹਕਾਰਾ ਸ਼੍ਰੀ ਮੁਖ ਸ਼੍ਰੀ ਗੁਰ ਤੇ ਗੁਰ ਮ੍ਰਿਦਲ ਉਚਾਰਾ ਸੁਨਹੁ ਨੀਕਰਾ ਦੇਹਮ ਭੇਟ ਇਤ ਰੁਖ ਕਰ ਇੰਦਰੈਨ ਸਮੇਟ। ਇੱਕ ਦਿਨ ਆਪਣੇ ਨਿਕਟ ਹਕਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਪਾਤਸ਼ਾਹੀ ਨੌਵੀਂ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਐਤਵਾਰ ਦੇ ਦਿਹਾੜੇ ਪਿਛਲੇ ਪੈਰ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਪਰ ਦਰਸ਼ਨ ਦਿਦਾਰੇ ਕਰਕੇ ਗੁਰ ਅਸਥਾਨਾਂ ਦੀ ਯਾਤਰਾ ਕਰਕੇ ਲਾਹਾ ਪ੍ਰਾਪਤ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕਰਕੇ ਆਪਣੇ ਅਸਥਾਨਾਂ ਦੇ ਦਰਸ਼ਨ ਦਿਦਾਰੇ ਬਖਸ਼ੇ ਹਨ। ਸਮਾਂ ਹੋਇਆ ਹੈ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਦਾ, ਜਿਸ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਪ੍ਰਸੰਗ ਆਪਾਂ ਸੁਣ ਰਹੇ ਹਾਂ। ਕੱਲ ਸਾਖੀ ਸਰਵਣ ਕੀਤੀ ਹੈ। ਸਾਹਿਬਾਂ ਦੇ ਕੋਲ ਇੱਕ ਸਿੱਖ ਅਤੇ ਸਿੱਖਣੀ ਨੇ ਆ ਕੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਇੱਕ ਭੁਜੰਗੀ ਹੈ ਸਾਡਾ, ਉਹਦਾ ਵਿਆਹ ਕੀਤਾ ਏ ਪਰ ਪਤਾ ਨਹੀਂ ਕੀ ਗੱਲ ਹੈ, ਨਾ ਘਰ ਵਾਲੀ ਨਾਲ ਬੋਲਦਾ ਏ ਨਾ ਸਾਡੇ ਨਾਲ ਬਾਤ ਕਰਦਾ, ਮਸਤਾਨਾ ਹੋਇਆ ਰਹਿੰਦਾ। ਜੇ ਕੁਝ ਕਹਿੰਦੇ ਆ ਤੇ ਕਹਿੰਦਾ ਪਰਦੇਸੀ ਚਲੇ ਜਾਓ, ਉੱਥੇ ਜਾਊਂਗਾ ਜਿੱਥੇ ਕੋਈ ਰਿਸ਼ਤੇਦਾਰ ਨਾ ਹੋਵੇ। ਸਾਹਿਬਾਂ ਨੇ ਕਿਹਾ ਲਿਆਓ ਬੁਲਾ ਕੇ। ਸਤਿਗੁਰਾਂ ਪੁੱਛਿਆ ਵੀ ਉਮਰ ਤਾਂ ਤੇਰੀ 18 ਵਰ੍ਹਿਆਂ ਦੀ ਹੈ, ਐਦਾਂ ਦਾ ਤੈਨੂੰ ਵੈਰਾਗ ਕਿਉਂ ਹੋ ਗਿਆ ਵੀ ਇੱਥੇ ਤਾਂ ਬੁੱਢੇ ਹੋ ਗਏ ਖਾ ਖਾ ਕੇ ਫਿਰ ਵੀ ਹਜੇ ਵੈਰਾਗ ਨਹੀਂ ਧਾਰਨ ਕਰਦੇ, ਤੇ ਤੂੰ ਕੌਣ ਹੈ, ਤੇਰਾ ਕੀ ਭਾਵ ਹੈ, ਸਿੱਖ ਕਿਹਦਾ ਹੈ, ਨਾਮ ਕੀ ਹੈ। ਸਤਿਗੁਰੂ ਸਾਹਿਬ ਜੀ ਨੂੰ ਸਾਰਾ ਕੁਝ ਦੱਸਿਆ। ਮਹਾਰਾਜ ਮੇਰਾ ਨਾਮ ਆਨੰਦ ਸਿੰਘ ਹੈ, ਤੁਹਾਡਾ ਹੀ ਸਿੱਖ ਹਾਂ, ਤੇ ਵੈਰਾਗ ਵੀ ਮਹਾਰਾਜ ਤੁਹਾਡੀ ਬਾਣੀ ਪੜ੍ਹ ਕੇ ਹੋਇਆ। ਇੱਕ ਦਿਨ ਮੇਰੇ ਮਾਤਾ ਪਿਤਾ ਨੇ ਮੈਨੂੰ ਪੜ੍ਹਨ ਭੇਜਿਆ, ਉੱਥੇ ਮੈਂ ਪੜ੍ਹਦਿਆਂ ਆਨੰਦ ਸਾਹਿਬ ਪੜ੍ਹ ਰਿਹਾ ਸੀ। ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਹੋ, ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰਾ, ਨਾਲੇ ਸਾਹ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜੇ ਦੰਤ ਪਛੋਤਾਈਐ। ਇਹ ਤੁਕਾਂ ਪੜੀਆਂ ਤਾਂ ਮੇਰੇ ਮਹਾਰਾਜ ਹਿਰਦੇ 'ਚ ਵਸ ਗਈਆਂ ਵੀ ਜਦੋਂ ਪਰਿਵਾਰ ਕੁਟੰਬ ਕਿਸੇ ਨੇ ਮਹਾਰਾਜ ਕਹਿੰਦੇ ਨਾਲ ਜਾਣਾ ਹੀ ਨਹੀਂ। ਮਹਾਰਾਜ ਕਹਿੰਦੇ ਵੀ ਸਾਰੇ ਨਾਸਵੰਤ ਨੇ, ਫਿਰ ਚਿੱਤ ਕਿਉਂ ਲਾਉਣਾ ਹੈ। ਇਹ ਸੋਚ ਕੇ ਮਹਾਰਾਜ ਮੇਰੇ ਮਨ 'ਚ ਵੈਰਾਗ ਆਇਆ, ਸੰਸਾਰ ਦੇ ਵਿੱਚ ਨਹੀਂ ਰਹਿਣਾ, ਇਹ ਮੇਰੇ ਮਨ ਦਾ ਮਹਾਰਾਜ ਹੁਣ ਭਰੋਸਾ ਬਣ ਗਿਆ। ਹੱਸਣਾ ਖਾਣਾ ਸੌਣਾ ਪੀਣਾ ਸਭ ਕੁਝ ਮਹਾਰਾਜ ਮੈਨੂੰ ਸੁੱਧ ਵਿਸਰ ਗਈ ਹੈ।
ਇਹਦੇ ਕੋ ਸੁਣ ਕੇ ਫਿਰ ਸਿੱਖਣੀ ਨੂੰ ਮਹਾਰਾਜ ਨੇ ਸਮਝਾਇਆ ਵੀ ਤੁਸੀਂ ਭਰਮ ਨਾ ਕਰੋ, ਤੁਹਾਡੇ ਪੁੱਤਰ ਨੂੰ ਕੋਈ ਛਾਇਆ ਨਹੀਂ ਹੈ, ਇਹਦੇ ਪੂਰਬਲੇ ਭਾਗ ਜਾਗੇ ਨੇ, ਜਿਸ ਕਰਕੇ ਪ੍ਰੇਮੀ ਬਣ ਗਿਆ ਹੈ, ਪਰਮੇਸ਼ਰ ਦਾ ਪਿਆਰਾ ਬਣ ਗਿਆ। ਤੇ ਸਾਹਿਬ ਕਹਿੰਦੇ ਤੁਸੀਂ ਘਰੇ ਜਾਓ, ਗੁਰੂ ਨਾਨਕ ਸਾਹਿਬ ਤੁਹਾਨੂੰ ਹੋਰ ਪੁੱਤਰ ਬਖਸ਼ ਦੇਣਗੇ, ਇਹਨੂੰ ਸਾਡੇ ਕੋਲ ਹੀ ਛੱਡ ਜਾਓ, ਆਨੰਦ ਸਿੰਘ ਨੂੰ ਵੀ ਛੱਡ ਜਾਓ ਤੇ ਇਹਦੀ ਘਰ ਵਾਲੀ ਨੂੰ ਵੀ ਸਾਡੇ ਕੋਲ ਹੀ ਛੱਡ ਜਾਓ, ਅਸੀਂ ਆਪੇ ਨੂੰ ਸਮਝਾਵਾਂਗੇ, ਆਪੇ ਹੀ ਗ੍ਰਸਤੀ ਹੋ ਕੇ ਸੇਵਾ ਕਰੂਗਾ। ਇਹ ਆਪਾਂ ਕੱਲ ਕਥਾ ਸਰਵਣ ਕੀਤੀ ਹੈ। ਹੁਣ ਇਸ ਆਨੰਦ ਸਿੰਘ ਬੱਚੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਵੇਂ ਦੋ ਉਦਾਹਰਨਾਂ ਦੇ ਕੇ ਸਮਝਾਉਣਗੇ ਵੀ ਜੇ ਬਰਕਤ ਬਣਨਾ ਹੈ ਘਰ ਦਾ ਤਿਆਗੀ ਤਾਂ ਫਿਰ ਕਿੱਦਾਂ ਦਾ ਬਣਨਾ, ਤੇ ਜੇ ਗ੍ਰਸਤੀ ਬਣਨਾ ਹੈ ਤਾਂ ਕਿੱਦਾਂ ਦਾ ਬਣਨਾ ਹੈ। ਦੋ ਸਾਖੀਆਂ ਉਦਾਹਰਨਾਂ ਰਾਹੀਂ ਮਹਾਰਾਜ ਸਾਹਿਬ ਜੀ ਨੂੰ ਪਾਵਨ ਪਵਿੱਤਰ ਉਪਦੇਸ਼ ਦੇ ਰਹੇ ਨੇ। ਆਓ ਜਿਵੇਂ ਸਤਿਗੁਰੂ ਕਲਗੀਧਰ ਮਹਾਰਾਜ ਸਿੱਖਿਆ ਦਿੰਦੇ ਨੇ, ਇਹ ਤੋਂ ਅਗਲੀ ਕਥਾ ਸੁਣਨ ਦੇ ਲਈ ਇਕਾਗਰਤਾ ਬਖਸ਼ੋ, ਰਸਨਾ ਕਰੋ ਪਵਿੱਤਰ, ਲਵਾਓ ਹਾਜ਼ਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਦਿਨ ਆਪਣੇ ਨਿਕਟ ਘਰ ਆਨੰਦ ਸਿੰਘ ਦੇ ਮਾਤਾ ਪਿਤਾ ਖੁਸ਼ ਹੋ ਕੇ ਘਰੇ ਚਲੇ ਗਏ, ਕਿਉਂਕਿ ਸਾਹਿਬ ਕਹਿੰਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਹੋਰ ਪੁੱਤਰ ਦੇਣਗੇ, ਤੁਸੀਂ ਘਰੇ ਆਨੰਦ ਨਾਲ ਗੁਰੂ ਤੇ ਭਰੋਸਾ ਰੱਖ ਕੇ ਬੈਠੋ, ਇਹਨੂੰ ਇੱਥੇ ਛੱਡ ਦਿਓ। ਆਨੰਦ ਸਿੰਘ ਵੀ ਰਹਿ ਪਿਆ, ਇਹਦੀ ਘਰ ਵਾਲੀ ਜਿਹੜੀ ਸੀ ਉਹ ਵੀ ਆਨੰਦਪੁਰ ਸਾਹਿਬ ਹੀ ਮਹਾਰਾਜ ਕੋਲ ਰਹਿ ਪਏ। ਤੇ ਕੁਝ ਦਿਨ ਰਹਿੰਦਿਆਂ ਨੂੰ ਜਦੋਂ ਹੋ ਗਏ, ਇੱਕ ਦਿਨ ਗੁਰੂ ਕਲਗੀਧਰ ਸਾਹਿਬ ਜੀ ਨੇ ਆਨੰਦ ਸਿੰਘ ਨੂੰ ਸਮਝਾਉਣ ਦੇ ਲਈ ਆਪਣੇ ਕੋਲ ਸੱਦਿਆ। ਸ਼੍ਰੀ ਮੁਖ ਤੇ ਗੁਰ ਮ੍ਰਿਦਲ ਉਚਾਰਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸੁਭਾਏ ਮਾਨ ਮੁਖ ਤੋਂ ਬੜੇ ਪ੍ਰੇਮ ਪਿਆਰ ਦੇ ਨਾਲ ਬਚਨ ਕੀਤਾ, ਬੜੇ ਕੋਮਲ ਬਚਨ ਉਚਾਰਨ ਕੀਤੇ। ਸੁਣੋ ਨਿੰਗਰਾ ਦੇਹਮ ਭੇਟ। ਮਹਾਰਾਜ ਕਹਿੰਦੇ ਹੈ ਨਿੰਗਰਾ ਸੁਣ, ਤੈਨੂੰ ਅਸੀਂ ਇੱਕ ਭੇਟਾ ਦਿੰਦੇ ਆ। ਨਿੰਗਰ ਨੌਜਵਾਨ ਨੂੰ ਕਹਿੰਦੇ ਹੁੰਦੇ ਸਨ, ਜਿਹੜਾ ਨੌਜਵਾਨ ਜਿਹਾ ਹੋਵੇ ਉਹਨੂੰ ਆਮ ਹੀ ਪੁਰਾਣੇ ਲੋਕ ਕਹਿ ਦਿੰਦੇ ਸੀ ਨਿੰਗਰਾ। ਤੇ ਪਾਤਸ਼ਾਹ ਕਹਿੰਦੇ ਹੈ ਨਿੰਗਰਾ, ਹੈ ਆਨੰਦ ਸਿੰਘ ਬੱਚੇ ਸੁਣ, ਅਸੀਂ ਤੈਨੂੰ ਇੱਕ ਭੇਟਾ ਦਿੰਦੇ ਆ, ਭਾਵ ਕਿ ਇੱਕ ਤੈਨੂੰ ਸਿੱਖਿਆ ਦਿੰਦੇ ਹਾਂ, ਸੁਣ ਧਿਆਨ ਦੇ ਕੇ। ਰੁਖ ਕਰ ਇੰਦਰਾਇਨ ਸਮੇਤ। ਸਾਡੇ ਵੱਲ ਮਹਾਰਾਜ ਕਹਿੰਦੇ ਇੱਧਰ ਨੂੰ ਰੁਖ ਕਰ, ਇੱਧਰ ਧਿਆਨ ਕਰ, ਕਿੱਧਰ ਵੇਖਦਾ, ਸਿੱਧਾ ਇੱਧਰ ਵੇਖ, ਆਪਣੇ ਇੰਦਰੇ ਇਹਨਾਂ ਨੂੰ ਸਮੇਟ ਦੇ, ਇੱਧਰ ਉੱਧਰ ਨਾ ਹੁਣ ਝਾਕੀ, ਨਾ ਕਿਸੇ ਤਰ੍ਹਾਂ ਦਾ ਖਿਆਲ ਕਰੀ, ਬਿਲਕੁਲ ਸਾਡੇ ਵੱਲ ਧਿਆਨ ਦੇ ਕੇ ਸੁਣਾ। ਇੱਕ ਵਾਰ ਮਹਾਰਾਜ ਕਹਿੰਦੇ ਸਾਡਾ ਉਪਦੇਸ਼ ਧਿਆਨ ਦੇ ਕੇ ਸੁਣ ਲੈ, ਉਸ ਤੋਂ ਬਾਅਦ ਜਿਵੇਂ ਤੇਰੀ ਇੱਛਾ ਹੋਵੇ ਉਸੇ ਤਰ੍ਹਾਂ ਕਰੀ, ਤੈਨੂੰ ਅਸੀਂ ਰੋਕਾਂਗੇ ਨਹੀਂ। ਪਹਿਲਾਂ ਮਹਾਰਾਜ ਕਹਿੰਦੇ ਤੈਨੂੰ ਨਿਰਬਿਰਤੀ ਦੀ ਸਾਖੀ ਦੱਸਦੇ ਆ। ਦੋ ਹੈ ਨਾ, ਇੱਕ ਨਿਰਬਿਰਤੀ ਹੈ ਤੇ ਇੱਕ ਪ੍ਰਵਿਰਤੀ ਹੈ। ਨਿਰਬਿਰਤੀ ਵੀ ਜਾਂ ਤਾਂ ਬਿਲਕੁਲ ਸਭ ਕੁਝ ਛੱਡ ਹੀ ਦਿੱਤਾ, ਘਰ-ਬਾਰ ਪਰਿਵਾਰ, ਤੇ ਪ੍ਰਵਿਰਤੀ ਹੈ ਵੀ ਗ੍ਰਸਤੀ ਬਣ ਕੇ ਘਰ ਵਿੱਚ ਰਹਿਣਾ। ਨਿਰਬਿਰਤੀ ਤਿਆਗੀ ਕਿਹੋ ਜਿਹਾ ਹੋਣਾ ਚਾਹੀਦਾ ਤੇ ਗ੍ਰਸਤੀ ਕਿਹੋ ਜਿਹਾ ਹੋਣਾ ਚਾਹੀਦਾ, ਇਹ ਦੋਵੇਂ ਸਾਖੀਆਂ ਦੱਸ ਕੇ ਪਹਿਲਾਂ ਮਹਾਰਾਜ ਕਹਿੰਦੇ ਤੈਨੂੰ ਤਿਆਗੀ ਦੀ ਸਾਖੀ ਦੱਸਦੇ ਆ ਵੀ ਜੇ ਤਿਆਗੀ ਤੂੰ ਕਹਿੰਦਾ ਨਾ ਵੀ ਮੈਂ ਤਿਆਗੀ ਬਣਨਾ, ਮੈਨੂੰ ਕੁਝ ਨਹੀਂ ਚੰਗਾ ਲੱਗਦਾ, ਟੱਬਰ ਪਰਿਵਾਰ, ਤਾਂ ਸਾਹਿਬ ਕਹਿੰਦੇ ਜੇ ਤਿਆਗੀ ਬਣਨਾ ਤੇ ਕਿਹੋ ਜਿਹਾ ਬਣਨਾ ਚਾਹੀਦਾ, ਸੁਣ। ਮਨ ਮਹਿ ਤਪਸੀ ਇੱਕ ਤਪ ਕਰਤ। ਕਹਿੰਦੇ ਵੀ ਇੱਕ ਮਹਾਤਮਾ ਦੀ ਤੈਨੂੰ ਸਾਖੀ ਦੇ ਸੁਣਾ ਕੇ ਉਦਾਹਰਣ ਦਿੰਦੇ ਆ ਵੀ ਇੱਕ ਜੰਗਲ ਦੇ ਵਿੱਚ ਤਪਸਵੀ ਜਿਸ ਦਾ ਨਾਮ ਜਵਾਲਾ ਲਿਖਿਆ ਹੈ ਕਈ ਵਿਦਵਾਨਾਂ ਨੇ, ਵੀ ਜਵਾਲਾ ਨਾਮ ਦਾ ਤਪਸਵੀ ਤਪੱਸਿਆ ਕਰਦਾ ਸੀ। ਹਿਰਦੈ ਸੰਤੋਖ ਪ੍ਰਾਣ ਕੋ ਧਰਤ। ਤੇ ਪਾਤਸ਼ਾਹ ਕਹਿੰਦੇ ਉਹਦੇ ਆਪਣੇ ਹਿਰਦੇ 'ਚ ਬੜਾ ਸੰਤੋਖ ਸੀ, ਆਪਣੀ ਜਿੰਦ ਦੇ ਵਿੱਚ, ਆਪਣੇ ਪ੍ਰਾਣਾਂ ਦੇ ਵਿੱਚ ਬੜਾ ਸੰਤੋਖ ਧਾਰਨ ਕਰਕੇ ਰੱਖਿਆ ਉਸ ਬੰਦਗੀ ਵਾਲੇ ਨੇ। ਆ ਨੇੜੇ ਇੱਕ ਨਗਰ ਹੀ ਸੀ, ਬਹੁਤਾ ਦੂਰ ਨਹੀਂ, ਨਗਰ ਦੇ ਨੇੜੇ ਜੇ ਜੰਗਲ, ਆਮ ਹੀ ਪਿੰਡਾਂ ਦੇ ਲਾਗੇ ਹੀ ਜੰਗਲ ਹੁੰਦੇ ਸਨ। ਤੇ ਪਾਤਸ਼ਾਹ ਕਹਿੰਦੇ ਹੈ ਆਨੰਦ ਸਿੰਘ ਬੱਚੇ, ਉਹ ਇੱਕ ਨਗਰ ਦੇ ਨੇੜੇ ਹੀ ਬਾਹਰ-ਬਾਹਰ ਜੰਗਲ ਦੇ ਵਿੱਚ ਕੁਟੀਆ ਬਣਾ ਕੇ ਉੱਥੇ ਰਹਿੰਦਾ ਸੀ ਸਾਧੂ ਮਹਾਤਮਾ। ਉਹ ਨਗਰ ਦੇ ਮਾਈ ਭਾਈ ਇਸਤਰੀਆਂ ਪੁਰਖ ਇਕੱਠੇ ਹੋ ਕੇ ਵਾਰੀ-ਵਾਰੀ ਜਾਂਦੇ, ਜੋ ਕੁਝ ਉਹ ਛਕਣ ਵਾਸਤੇ ਉਸ ਤਪਸਵੀ ਨੂੰ ਦੇ ਦਿੰਦੇ, ਉਸੇ ਤਰ੍ਹਾਂ ਉਹ ਛਕ ਲੈਂਦਾ। ਕੋਈ ਥੋੜਾ ਦੇ ਜਾਵੇ, ਕੋਈ ਇੱਕ ਰੋਟੀ ਦੇ ਜਾਵੇ ਤਾਂ ਵੀ ਉਹ ਸੱਤ ਕਰਕੇ ਖੁਸ਼ ਹੋ ਕੇ ਖਾ ਲੈਂਦਾ, ਜੇ ਕੋਈ ਬਹੁਤੀਆਂ 5-6 ਦੇ ਗਿਆ ਤਾਂ ਵੀ ਖਾ ਲੈਂਦਾ।
ਜੇ ਕੋਈ ਸਵਾਦ ਦਾ ਭੋਜਨ ਚੰਗਾ ਵਧੀਆ ਬਣਾ ਕੇ ਦੇ ਗਿਆ ਤਾਂ ਵੀ ਛਕ ਲੈਂਦਾ। ਭਾਵੇਂ ਕੋਈ ਕਹਿੰਦੇ ਵੀ ਉਸੇ ਤਰ੍ਹਾਂ ਜਿਹ 'ਚ ਨਾ ਕੋਈ ਲੂਣ ਮਿਰਚ ਮਸਾਲਾ ਹੋਵੇ, ਨਾ ਰਿੱਝਾ ਹੋਵੇ ਚੱਜ ਨਾਲ, ਜੇ ਉਹ ਕੋਈ ਦਾਲ ਸਬਜ਼ੀ ਭਾਜੀ ਦੇ ਜਾਂਦਾ ਤੇ ਉਹਨੂੰ ਵੀ ਖੁਸ਼ ਹੋ ਕੇ ਮਹਾਰਾਜ ਕਹਿੰਦੇ ਛਕ ਲੈਂਦਾ। ਹੁਣ ਸਾਗ ਦੁੱਧ ਕੈ ਦਦ ਆਦ। ਆ ਕੋਈ ਕਹਿੰਦੇ ਵੀ ਆਟੇ ਕਣਕ ਦੀਆਂ ਰੋਟੀਆਂ ਜਾਂ ਕੋਈ ਹੋਰ ਬਾਜਰਾ, ਕੋਈ ਮੱਕੀ ਦਾ ਪ੍ਰਸ਼ਾਦਾ, ਕੋਈ ਸਾਗ, ਕੋਈ ਦੁੱਧ ਜਾਂ ਦਹੀਂ ਆਦਿਕ। ਗੱਲ ਵੀ ਕਿ ਚੰਗਾ ਮਾੜਾ ਜਿੱਦਾਂ ਦਾ ਵੀ ਸਾਹਿਬ ਕਹਿੰਦੇ ਉਹ ਮਹਾਤਮਾ ਨੂੰ ਕੋਈ ਛਕਣ ਨੂੰ ਦੇ ਜਾਂਦਾ ਉਹੀ ਛਕਦਾ। ਦਇਓ ਦਇ ਕੋ ਲੱਖ ਸੋ ਖਾਏ। ਇਸ ਤਰ੍ਹਾਂ ਦੀ ਭਾਵਨਾ ਸੀ ਵੀ ਰੱਬ ਨੇ ਦਿੱਤਾ ਹੈ, ਵੀ ਪਰਮੇਸ਼ਰ ਦਿੰਦਾ ਹੈ, ਵੀ ਇਸ ਤਰ੍ਹਾਂ ਵਾਹਿਗੁਰੂ ਦਾ ਦਿੱਤਾ ਜਾਣ ਕਰਕੇ ਮਹਾਤਮਾ ਖਾਂਦਾ ਸੀ। ਪ੍ਰਾਨ ਅਪਾਨ ਸੋ ਜੋਗ ਕਮਾਏ। ਅਤੇ ਉਹ ਆਪਣੇ ਪ੍ਰਾਣ ਅਪਾਨ ਵਾਯੂ, 5 ਤਰ੍ਹਾਂ ਦੀ ਹਵਾ ਹੁੰਦੀ, ਵਾਯੂ ਹੁੰਦੀ ਹੈ, ਉਹਦੇ ਨਾਲ ਸਾਹਿਬ ਕਹਿੰਦੇ ਜੋਗ ਕਮਾਉਂਦਾ ਸੀ, ਆਪਣੇ ਸਵਾਸਾਂ ਨੂੰ ਦਸਮ ਦੁਆਰ ਦੇ ਵਿੱਚ ਚੜਾਉਂਦਾ ਸੀ। ਦਵਾਦਸ਼ ਭੇਦ ਅਨਾਹਦ ਸੁਣ ਕੇ। ਅਨਾਹਦ ਸ਼ਬਦ ਸੁਣਨ ਲੱਗ ਪਿਆ। ਦਵੈਦਸ਼ ਭੇਦ, ਜਿਹਦੇ 12 ਕਹਿੰਦੇ ਵੀ ਭੇਦ ਪੱਤੇ ਹੁੰਦੇ ਨੇ ਨਾ, ਉਹ ਹਿਰਦਾ ਅਸਥਾਨ ਜਿਹੜਾ ਅਨਾਹਦ ਚੱਕਰ ਹੈ, 6 ਚੱਕਰਾਂ 'ਚੋਂ ਇੱਕ ਅਨਾਹਦ ਚੱਕਰ ਹੈ ਜਿਹੜਾ ਹਿਰਦੇ 'ਚ ਹੁੰਦਾ। ਇਹਦੀਆਂ 12 ਪੰਖੜੀਆਂ ਹੁੰਦੀਆਂ ਨੇ। ਸਾਹਿਬ ਕਹਿੰਦੇ ਵੀ ਅਨਾਹਦ ਸ਼ਬਦ ਉਹਨੂੰ ਸੁਣਨ ਲੱਗ ਪਿਆ। ਉਹਨੇ 12 ਪੱਤਿਆਂ ਵਾਲਾ ਅਨਾਹਦ ਚੱਕਰ ਜਿਹੜਾ ਸੀ ਉਹ ਵਿੰਨ ਲਿਆ, ਉਸ ਨੂੰ ਭਿੰਨ ਲਿਆ। ਸਮਝ ਸਕਲ ਇੱਕ ਚੇਤ ਭਾਗੁਨ ਕੈ। ਚੰਗੀ ਤਰ੍ਹਾਂ ਸਮਝ ਕੇ, ਸਾਰਾ ਚੰਗੀ ਤਰ੍ਹਾਂ ਜਾਣ ਕੇ ਵੀ ਅਨਾਹਦ ਚੱਕਰ ਕੀ ਹੈ, ਕਿਵੇਂ ਇੱਥੇ ਬਿਰਤੀ ਟਿਕਾਉਣੀ ਹੈ, ਕਿਵੇਂ ਇੱਕ ਰਸ ਸ਼ਬਦ ਸੁਣਨਾ ਹੈ ਪਰਮੇਸ਼ਰ ਦੀ ਮਹਿਮਾ ਦਾ, ਇਹ ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਕੇ ਸਾਹਿਬ ਕਹਿੰਦੇ ਵੀ ਇੱਕ ਚਿੱਤ ਧਿਆਨ ਦੇ ਸਹਿਤ ਹੋ ਕੇ ਵਾਹਿਗੁਰੂ ਦੇ ਨਾਲ ਜੁੜ ਗਿਆ, ਇਕਾਗਰ ਚਿੱਤ ਹੋ ਕੇ ਪਰਮੇਸ਼ਰ ਵਿੱਚ ਬਿਰਤੀ ਲਾਉਣ ਵਾਲਾ ਹੋ ਗਿਆ ਉਹ ਮਹਾਤਮਾ। 7 ਦਿਵਸ ਬੀਤੇ ਇੱਕ ਵਾਰ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਨੰਦ ਸਿੰਘ ਬੇਟਾ ਸੁਣ, ਰੋਜ਼ ਹੀ ਕੁਝ ਨਾ ਕੁਝ ਖਾਣ ਨੂੰ ਉਹਨੂੰ ਮਿਲਦਾ ਸੀ, ਪਰ ਇੱਕ ਦਿਨ ਕੋਈ ਐਸੀ ਖੇਡ ਰੱਬੀ ਹੋਈ ਵੀ 7 ਦਿਵਸ ਬੀਤੇ ਇੱਕ ਵਾਰ, ਵੀ ਇੱਕ ਵਾਰਾਂ ਲਗਾਤਾਰ 7 ਦਿਨ ਬਤੀਤ ਹੋ ਗਏ। ਚਿਤ ਤੇ ਪਹੁੰਚਿਓ ਨਹੀਂ ਆਹਾਰ। ਪਰ ਕੋਈ ਵੀ ਭੋਜਨ ਲੈ ਕੇ ਨਹੀਂ ਪਹੁੰਚਿਆ। ਅੱਗੇ ਰੋਜ਼ ਕੋਈ ਨਾ ਕੋਈ ਰੁੱਖਾ ਮਿੱਸਾ ਜਿਵੇਂ ਕਿਵੇਂ ਦਾ ਆ ਕੇ ਦੇ ਜਾਂਦਾ ਸੀ। ਕੋਈ ਰੱਬੀ ਕੋਈ ਘਟਨਾ ਐਸੀ ਵਾਪਰ ਗਈ, ਕਹਿੰਦੇ 7 ਦਿਨ ਹੋ ਗਏ ਤੇ ਨਗਰ ਦੇ ਵਿੱਚੋਂ ਕੋਈ ਵੀ ਭੋਜਨ ਉਸ ਮਹਾਤਮਾ ਨੂੰ ਦੇਣ ਵਾਸਤੇ ਨਾ ਪਹੁੰਚਿਆ। ਸੁਣੋ ਨੀਂਗਰਾ ਤਪੇ ਵਿਚਾਰ। ਤੇ ਮਹਾਰਾਜ ਕਹਿੰਦੇ ਹੇ ਨੀਂਗਰਾ, ਹੇ ਆਨੰਦ ਸਿੰਘ ਬੇਟੇ, ਜਦੋਂ 7 ਦਿਨ ਭੋਜਨ ਨਾ ਸਾਧੂ ਨੂੰ ਛਕਣ ਵਾਸਤੇ ਮਿਲਿਆ ਤੇ ਉਹਨੇ ਆਪਣੇ ਮਨ ਵਿੱਚ ਵਿਚਾਰ ਕੀਤੀ। ਮੁਝ ਪਰ ਕੋਪ ਭਇਓ ਕਰਤਾਰ। ਉਹਨੇ ਇਹ ਉਲਾਮਾ ਨਹੀਂ ਦਿੱਤਾ ਵੀ ਮੈਂ ਵੇਖੋ ਵੀ ਰੱਬ ਦੀ ਬੰਦਗੀ ਕਰਦਾ, ਰੱਬ ਨੇ ਮੈਨੂੰ ਭੁੱਖਾ ਮਾਰਦਾ, ਮੈਨੂੰ ਕੁਝ ਖਾਣ ਨੂੰ ਨਹੀਂ ਦਿੱਤਾ। ਕਹਿੰਦੇ ਉਹਦੇ ਵਿੱਚ ਵੀ ਉਹਨੇ ਆਪਣੀ ਹੀ ਕਮੀ ਸਮਝੀ। ਕਹਿੰਦਾ ਵੀ ਇਉਂ ਜਾਪਦਾ ਇਹ ਵੀ ਵਾਹਿਗੁਰੂ ਮੇਰੇ ਤੇ ਨਾਰਾਜ਼ ਹੋ ਗਿਆ ਹੈ, ਵਾਹਿਗੁਰੂ ਦੀ ਕੋਈ ਮੇਰੇ ਤੇ ਨਾਰਾਜ਼ਗੀ ਹੈ। ਘਰ ਪਗ ਦੀਏ ਨਾ ਉਦਮ ਧਰੇ। ਕਿਉਂਕਿ ਪਰਮੇਸ਼ਰ ਇਦਾਂ ਵਿਚਾਰਦਾ ਹੋਣਾ ਵੀ ਇਹ ਸਾਧ ਨੂੰ ਮੈਂ ਹੱਥ ਵੀ ਦਿੱਤੇ ਆ, ਪੈਰ ਵੀ ਦਿੱਤੇ ਆ, ਤੇ ਥੋੜਾ ਬਹੁਤਾ ਵੀ ਉਦਮ ਨਹੀਂ ਕਰਦਾ, ਇੱਥੇ ਬੈਠਾ ਰਹਿੰਦਾ ਹੈ। ਉਦਰ ਭਰਨ ਲੱਗ ਚਾਹੀਆ ਕਰੇ। ਇਸ ਕਰਕੇ ਢਿੱਡ ਭਰਨ ਤੀਕਰ ਤੇ ਕਹਿੰਦੇ ਯਤਨ ਕਰ ਹੀ ਲੈਣਾ ਚਾਹੀਦਾ ਨਾ, ਵੀ ਆਪਣਾ ਢਿੱਡ ਭਰਨ ਤੀਕਰ, ਰੋਟੀ ਖਾਣ ਤੀਕਰ ਤੇ ਉਦਮ ਕਰ ਹੀ ਲਵੇ। ਕਿਤੇ ਹੱਡ ਹਿਲਾ ਲੇ, ਜੇ ਥੋੜਾ ਬਹੁਤ ਤੁਰਨਾ ਪਵੇ, ਕਿਤੇ ਜਾ ਕੇ ਪ੍ਰਸ਼ਾਦਾ ਛਕਣ ਨੂੰ ਮਿਲਦਾ, ਕਹਿੰਦੇ ਉੱਥੇ ਪਹੁੰਚ ਕੇ ਹੀ ਛਕ ਲਵੇ। ਇਹ ਸਾਧੂ ਨੇ ਵਿਚਾਰਿਆ ਵੀ ਮੇਰੇ ਤੇ ਰੱਬ ਇਸ ਕਰਕੇ ਨਾਰਾਜ਼ ਹੈ ਵੀ ਹੱਥ ਪੈਰ ਦਿੱਤੇ ਆ, ਵੀ ਬੈਠਾ ਹੀ ਖਾਈ ਜਾਂਦਾ, ਵੀ ਥੋੜਾ ਬਹੁਤ ਉਦਮਤਾ ਕਰ, ਵੀ ਜੇ ਛਕਣਾ ਹੀ ਆ ਤੇ ਕਿਤੇ ਜਾ ਕੇ ਛਕ ਲੈ, ਉੱਥੋਂ ਹੀ ਰੋਟੀ ਖਾ ਲਾ। ਔਰ ਮੈਂ ਫਿਰ ਪਿਛ ਕਰੀ ਹੈ ਕੋਈ। ਆ ਪੁਰ ਮੈਂ ਫਿਰ ਪਿਛ ਕਰੀ ਹੈ ਕੋਈ। ਇਸ ਤਰ੍ਹਾਂ ਮਹਾਤਮਾ ਨੇ ਵਿਚਾਰਿਆ ਵੀ ਮੈਨੂੰ ਇੱਥੇ ਬੈਠੇ ਨਹੀਂ ਰਹਿਣਾ ਚਾਹੀਦਾ। ਜੇ 7 ਦਿਨਾਂ ਤੋਂ ਕੋਈ ਨਹੀਂ ਆਇਆ ਨਾ ਦੇਣ ਭੋਜਨ, ਤਾਂ ਸ਼ਹਿਰ ਵਿੱਚ ਜਾਵਾਂ ਮੈਂ, ਉੱਥੇ ਫਿਰ ਕੇ ਕੋਈ ਨੇਕ ਇਨਸਾਨ ਕੋਈ ਘਰ ਵੇਖ ਕੇ ਉੱਥੋਂ ਕਹਿੰਦੇ ਭਿੱਖਿਆ ਮੰਗ ਕੇ ਖਾ ਲਵਾਂ। ਸੁਰਤੀ ਬੈਠ ਦੇਤ ਦੁਖ ਹੋ। ਇਸ ਤਰ੍ਹਾਂ ਤਪੀ ਨਹੀਂ ਵਿਚਾਰਿਆ ਵੀ ਬੈਠੇ ਨੂੰ ਦਿੰਦੇ ਆ ਤਾਂ ਦੇਵਤੇ ਵੀ ਜਿਹੜੇ ਦੁਖੀ ਹੁੰਦੇ ਆ ਵੀ ਇਹ ਚੰਗਾ ਵਿਹਲਾ ਹੈ, ਵੀ ਇਹਨੂੰ ਇੱਥੇ ਹੀ ਖਾਣ ਨੂੰ ਦਈਏ, ਵੀ ਉੱਠ ਕੇ ਥੋੜਾ ਬਹੁਤ ਹਾਡੀ ਨਹੀਂ ਹਿਲਾਉਂਦਾ, ਉਦਮ ਹੀ ਨਹੀਂ ਕਰਦਾ। ਖਿੰਥਾ ਸ਼ਰੀ ਕੁਸ਼ਾਸਨ ਮਾਲਾ। ਇਸ ਤਰ੍ਹਾਂ ਵਿਚਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਉਸ ਤਪਸਵੀ ਨੇ ਕੀ ਕੀਤਾ, ਵੀ ਇੱਕ ਖਿੰਥਾ ਉਤੋਂ ਦੀ ਗੋਦੜੀ ਜੀ ਪਾਉਂਦੇ ਹੁੰਦੇ ਨੇ, ਤੇ ਫਿਰ ਇੱਕ ਸ਼ਰੀ ਇੱਕ ਹੱਥ ਦੇ ਵਿੱਚ ਸੋਟੀ ਲੈ ਲਈ,
ਤੇ ਕੁਸ਼ਾਸਨ, ਕੁਸ਼ਾ ਦਾ ਆਸਨ ਹੁੰਦਾ ਜਿਹਦੇ ਤੇ ਬੈਠਦਾ ਹੈ, ਤੇ ਇੱਕ ਮਾਲਾ ਹੱਥ ਵਿੱਚ ਮਹਾਤਮਾ ਨੇ ਫੜ ਲਈ। ਕਰੇ ਹੱਥ ਤੂੰਬਾ ਤਬ ਚੱਲ। ਇੱਕ ਹੱਥ ਦੇ ਵਿੱਚ ਤੂੰਬਾ ਫੜ ਲਿਆ ਤੇ ਪੂਰਾ ਸਾਧੂਆਂ ਦਾ ਜਿਹੜਾ ਲਿਬਾਸ ਹੁੰਦਾ ਨਾ ਚੰਗੀ ਤਰ੍ਹਾਂ ਪਾ ਕੇ ਤੇ ਉਹ ਨਗਰ ਵੱਲ ਨੂੰ ਚੱਲ ਪਿਆ। ਰਸਤੇ ਕੇ ਬਾਣੇ ਦਿਲ ਜਾਣਾ। ਕਲਗੀਧਰ ਸਾਹਿਬ ਜੀ ਕਹਿੰਦੇ ਵੀ ਉਹ ਮਹਾਤਮਾ ਨੇ ਇਹ ਗੱਲ ਜਾਣ ਲਈ ਤੇ ਨਾਲ ਸਾਰਿਆਂ ਨੂੰ ਦੱਸਦੇ, ਕਹਿੰਦੇ ਜਿਹੜਾ ਗ੍ਰਸਤੀ ਦਾ ਘਰ ਹੁੰਦਾ ਏ ਉਹਦੇ ਘਰ ਬਾਣੇ ਤੋਂ ਬਗੈਰ ਨਹੀਂ ਜਾਣਾ ਚਾਹੀਦਾ। ਵੀ ਜੇ ਸਾਧੂ ਹੈ ਤਾਂ ਸਾਧੂ ਵਾਲਾ ਬਾਣਾ ਤਾਂ ਹੋਵੇ, ਗ੍ਰਸਤੀ ਨੂੰ ਪਤਾ ਹੋਵੇ ਵੀ ਇਹ ਕੋਈ ਸਾਧੂ, ਕੋਈ ਮਹਾਤਮਾ ਆਇਆ ਹੈ। ਬਾਣੇ ਤੋਂ ਬਗੈਰ ਭਾਵ ਆਪਣਾ ਜਿਹੋ ਜਿਹਾ ਕੋਈ ਵਸਤਰ ਲਿਬਾਸ ਹੈ ਮਹਾਤਮਾ ਦਾ, ਉਸ ਲਿਬਾਸ ਤੋਂ ਬਗੈਰ ਕਹਿੰਦੇ ਗ੍ਰਸਤੀ ਦੇ ਘਰੇ ਨਹੀਂ ਜਾਣਾ ਚਾਹੀਦਾ। ਮੈਂ ਸ਼ੁਭ ਜਿਸ ਤੇ ਜਾਏ ਨਾ ਜਾਣਾ। ਏਦਾਂ ਫਿਰ ਇਹ ਨਹੀਂ ਹੁੰਦਾ ਵੀ ਜੇ ਕੋਈ ਆਪਣੇ ਵਸਤਰ ਨਾ ਪਹਿਨੇ, ਇਹ ਗੱਲ ਕਹਿੰਦੇ ਨਹਿ ਸ਼ੁਭ, ਕਹਿੰਦੇ ਚੰਗੀ ਗੱਲ ਨਹੀਂ ਹੈ ਵੀ ਜਿੱਥੋਂ ਜਾਣਿਆ ਹੀ ਨਾ ਜਾਵੇ, ਪਤਾ ਹੀ ਨਾ ਲੱਗੇ ਵੀ ਇਹ ਕੌਣ ਹੈ। ਅੱਜ ਕੱਲ੍ਹ ਜਿਵੇਂ ਸਾਡੇ ਕਰਦੇ ਕਹਿੰਦੇ ਪਤਾ ਹੀ ਨਹੀਂ ਲੱਗਦਾ ਵੀ ਇਹ ਭਾਈ ਹੈ, ਹੋਰ ਹੀ ਤਰ੍ਹਾਂ ਦੀ ਤੰਬੀ ਜੀ ਪਾਈ ਹੁੰਦੀ ਹੈ। ਵੀ ਕਹਿੰਦੇ ਗੁਰੂ ਘਰ ਵੇਖਿਆ ਉੱਥੇ ਤੇ ਹੋਰ ਤਰ੍ਹਾਂ ਦਾ ਹੁੰਦਾ, ਰਾਹ ਗਲੀ ਵੇਖਿਆ ਜਾਂ ਕਿਤੇ ਘਰੇ ਆ ਗਏ ਉੱਥੇ ਕਿਤੇ ਹੋਰ ਹੀ ਕਹਿੰਦੇ ਵੀ ਜੀਨਾਂ ਜੀਆਂ ਪਾਈ ਫਿਰਦਾ। ਜਿਹੜਾ ਕੋਈ ਸਾਧੂ, ਕੋਈ ਧਰਮ ਨਾਲ ਸੰਬੰਧਿਤ ਮਹਾਤਮਾ ਹੈ ਜਾਂ ਧਾਰਮਿਕ ਹਸਤੀ ਹੈ, ਕਹਿੰਦੇ ਵੀ ਉਹ ਜੇ ਕਿਸੇ ਗ੍ਰਸਤੀਆਂ ਦੇ ਘਰੇ ਜਾਣਾ ਪਵੇ ਤਾਂ ਜਿੱਦਾਂ ਦਾ ਉਹਦਾ ਆਪਣਾ ਲਿਬਾਸ ਹੈ ਨਾ, ਜਿੱਦਾਂ ਦਾ ਬਾਣਾ ਹੈ ਉਹ ਧਾਰਨ ਕਰਕੇ ਜਾਣਾ ਚਾਹੀਦਾ। ਇਸ ਤੋਂ ਬਗੈਰ ਜਾਣਾ ਕਹਿੰਦੇ ਚੰਗਾ ਨਹੀਂ ਮੰਨਿਆ ਜਾਂਦਾ। ਗ੍ਰਸਤੀ ਕਰਹਿ ਨਿਰਾਦਰ ਦੋਖ। ਕਿਉਂਕਿ ਜੇ ਕਿਤੇ ਗ੍ਰਸਤੀ ਹੋਰ ਹੀ ਕੁਝ ਸਮਝ ਕੇ ਨਿਰਾਦਰ ਕਰਦੇ ਵੀ ਤੂੰ ਕੌਣ ਹੈ, ਵੀ ਮੂੰਹ ਚੁੱਕ ਕੇ ਆ ਗਿਆ ਚੰਗਾ ਭਲਾ, ਤੇ ਉਸ ਵੇਲੇ ਕਹਿੰਦੇ ਵੀ ਜਿਹੜਾ ਉਹ ਕੋਈ ਦੋਸ਼ ਹੁੰਦਾ ਹੈ ਨਾ ਨਰਾਦਰੀ ਦਾ, ਲਗੇ ਸਾਧ ਕੋ ਪਾਪ ਹੈ ਪੋ। ਉਹ ਗ੍ਰਸਤੀ ਨੂੰ ਨਹੀਂ ਲੱਗਣਾ। ਕਿਉਂਕਿ ਜੇ ਤਾਂ ਸਾਧੂ ਦਾ ਲਿਬਾਸ ਪਾ ਕੇ ਗਿਆ ਗ੍ਰਸਤੀ ਤਾਂ ਆਖੂ ਵੀ ਚਲੋ ਕੋਈ ਸਾਧੂ ਮਹਾਤਮਾ ਵੀ ਇਹਨੂੰ ਛਕਾਓ ਕੁਝ, ਤੇ ਜੇ ਕੋਈ ਹੋਰ ਹੀ ਗ੍ਰਸਤੀਆਂ ਜਿਹੇ ਵਾਲੇ ਕੱਪੜੇ ਪਾ ਕੇ ਚਲੇ ਜੇ, ਭੇਸ ਜਾ ਬਦਲ ਕੇ, ਫਿਰ ਉਹ ਗਾੜੀਓ ਨਰਾਦਰ ਕਰੇ ਵੀ ਤੇਰੇ ਹੱਥ ਪੈਰ ਚੰਗੇ ਭਲੇ ਕੰਮ ਕਰਦੇ, ਵੀ ਤੂੰ ਖਾਹ ਮੰਗਦਾ ਕਿਉਂ ਫਿਰਦਾ। ਤੇ ਜਿਹੜਾ ਕਹਿੰਦੇ ਉਹ ਗ੍ਰਸਤੀ ਨਰਾਦਰੀ ਕਰਦਾ ਉਹਦਾ ਪਾਪ ਫਿਰ ਉਹ ਸਾਧੂ ਨਹੀਂ ਲੱਗਦਾ, ਗ੍ਰਸਤੀ ਨੂੰ ਨਹੀਂ ਲੱਗਦਾ। ਉਹਦਾ ਜਿਹੜਾ ਪਾਪ ਹੈ ਉਹਦਾ ਦੋਖ ਉਸੇ ਨੂੰ ਲੱਗਦਾ। ਇਹ ਜਿਹੜਾ ਆਪਣਾ ਕੋਈ ਭੇਸ ਜਿਹਾ ਬਦਲ ਕੇ, ਲਿਬਾਸ ਜਿਹਾ ਬਦਲ ਕੇ ਜਾਂਦਾ ਹੈ। ਵਿਸ਼ਿਆ ਕੋ ਦੋਏ ਸਮੇਂ ਨ ਜਾਣਾ। ਫਿਰ ਮਹਾਰਾਜ ਕਹਿੰਦੇ ਵੀ ਜਿਹੜਾ ਕੋਈ ਇਦਾਂ ਦਾ ਬਰਕਤ ਹੈ ਨਾ, ਉਹਨੂੰ ਸਮਝਾਉਣਾ ਸੀ ਨਾ। ਆਨੰਦ ਸਿੰਘ ਕਹਿੰਦਾ ਸੀ ਵੀ ਮੈਂ ਘਰ-ਬਾਰ ਛੱਡ ਦੇਣਾ। ਸਾਹਿਬ ਕਹਿੰਦੇ ਜੇ ਘਰ-ਬਾਰ ਛੱਡਣਾ ਤੇ ਵੇਖ ਲਾ ਇਦਾਂ ਦਾ ਹਠੀ ਰਵੇਗਾ ਵੀ ਭਿੱਖਿਆ ਮੰਗਣ 2 ਟਾਈਮ ਨਹੀਂ, 2 ਸਮੇਂ ਨਹੀਂ ਪਿੰਡ ਦੇ ਵਿੱਚ ਜਾਣਾ। ਹੱਠੀ ਪੈਰੀ ਮਿਲ ਗਿਆ ਜਿੰਨਾ ਕੋ ਉਹਨਾਂ ਕੋ ਛੱਕ ਕੇ ਗੁਜ਼ਾਰਾ ਕਰਨਾ ਹੈ। ਘਰੇ ਭੇਖ ਨਹਿ ਬਦਲੇ ਅੰਨ। ਤੇ ਜਿਹੜਾ ਕੋਈ ਭੇਖ ਧਾਰ ਲਿਆ, ਕੋਈ ਲਿਬਾਸ ਪਹਿਨ ਲਿਆ, ਕਹਿੰਦੇ ਉਹ ਭੇਖ ਨਾ ਬਦਲੇ। ਇਹ ਨਹੀਂ ਵੀ ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਰਾਮ। ਜਿਹੜਾ ਲਿਬਾਸ ਪਹਿਨਿਆ ਹੈ ਨਾ, ਜਿਹੜਾ ਵੀ ਭੇਖ ਪਹਿਨ ਲਿਆ ਹੈ, ਜੇ ਕੋਈ ਬਾਣਾ ਪਾ ਲਿਆ, ਕੋਈ ਧਾਰਮਿਕ ਲਿਬਾਸ, ਕਹਿੰਦੇ ਤਿਆਗੀ ਨਾ ਜਾਵੇ ਵੀ ਕਿਤੇ ਜਾ ਕੇ ਕੁਝ ਪਾ ਲੇ, ਕਿਤੇ ਜਾ ਕੇ ਕੁਝ ਪਾ ਲੇ। ਇਹ ਬਹਿਰੂਪੀਆਂ ਦਾ ਕੰਮ ਹੁੰਦਾ ਹੈ। ਜਿਹੜਾ ਬਹਿਰੂਪੀਆ ਉਹਨੇ ਨਾਟਕ ਕਰਨਾ ਹੁੰਦਾ, ਉਹ ਕਈ ਤਰ੍ਹਾਂ ਦੇ ਕੱਪੜੇ ਪਾਉਂਦਾ ਹੈ। ਪਰ ਇਹ ਸਾਧੂ ਮਹਾਤਮਾ ਨੂੰ, ਗੁਰਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਕਹਿੰਦੇ ਵੀ ਲਿਬਾਸ ਬਦਲ ਕੇ ਵਿਖਾਉਣੇ ਇਹ ਚੰਗੇ ਨਹੀਂ ਹਨ। ਜੈਸੀ ਜੈਸੀ ਜੋ ਕਿਮ ਦੇ। ਫਿਰ ਮਹਾਰਾਜ ਕਹਿੰਦੇ ਹੇ ਆਨੰਦ ਸਿੰਘ ਬੇਟਾ, ਜਿੱਦਾਂ ਕਿੱਦਾਂ ਦਾ ਕੋਈ ਸ਼ਗਨ ਨੂੰ ਦੇ ਦੇਵੇ ਨਾ, ਜਿਹਦੇ ਘਰੋਂ ਜਾ ਕੇ ਕੁਝ ਮੰਗੇ, ਉਸੇ ਤਰ੍ਹਾਂ ਦਾ ਕਹਿੰਦੇ ਸਤ ਕਰਕੇ ਸ਼ੁਕਰਾਨਾ ਕਰਦੇ ਆ ਛਕ ਲਵੇ। ਯਥਾ ਸ਼ਕਤ ਦੁੱਧ ਪਿਛਿਆ ਲੈ। ਆ ਜਿੰਨੀ ਕਿਸੇ ਦੀ ਕੋਈ ਸ਼ਕਤੀ ਹੈ, ਜਿੱਦਾਂ ਦਾ ਕੋਈ ਦੁੱਧ ਦੇ ਦੇਵੇ, ਕੋਈ ਪ੍ਰਸ਼ਾਦਾ ਛਕਣ ਨੂੰ ਦੇ ਦੇਵੇ, ਕੋਈ ਜਿਹੋ ਜਿਹਾ ਵੀ ਪਦਾਰਥ ਦਵੇ, ਕਹਿੰਦੇ ਵੀ ਉਹੀ ਛਕ ਲਵੇ। ਰੱਬ ਰੱਬ ਕਰਦਾ ਚਿਰਨ ਹੈ ਠਹਿਰੇ ਪਰਾ ਨ ਲੇਵੇ। ਤੇ ਫਿਰ ਇੱਕ ਹੋਰ ਮਰਿਆਦਾ ਹੈ। ਕਹਿੰਦੇ ਵੀ ਗ੍ਰਸਤੀ ਦੇ ਘਰ ਦੇ ਅੱਗੇ ਜੇ ਸਾਧੂ ਤਿਆਗੀ ਬਣ ਗਿਆ ਤੇ ਬਹੁਤਾ ਚਿਰ ਨਾ ਖਲੋਵੇ। ਇੱਕ ਆਵਾਜ਼ ਮਾਰੇ, 2 ਮਾਰੇ, ਜੇ ਕੋਈ ਨਹੀਂ ਆਇਆ ਤੇ ਕਹਿੰਦੇ ਅੱਗੇ ਤੁਰ ਪਏ। ਬਹੁਤੀਆਂ ਆਵਾਜ਼ਾਂ ਨਾ ਮਾਰੇ, ਗ੍ਰਸਤੀ ਦੇ ਬੂਹੇ ਅੱਗੇ ਨਾ ਖਲੋਤਾ ਰਹੇ। ਤੇ ਫਿਰ ਜਦੋਂ ਭੋਜਨ ਆਵੇ ਤੇ ਕਹਿੰਦੇ ਵੀ ਪਿੱਛੋਂ ਪੱਕਿਆ ਨਾ ਲਵੇ, ਪਰਾ ਨਾ ਲੇਵੈ, ਭਾਵ ਬਿਆ ਕਬਿਆ ਨਾ ਲਵੇ, ਝੂਠਾ ਨਾ ਲਵੇ, ਜਿਹਦੇ ਵਿੱਚ ਘਰ 'ਚ ਹੱਥ ਝੂਠ ਮੀਟ ਵਰਤਾਈ ਹੋਵੇ। ਸੁਚਮਤਾ ਦਾ ਭੋਜਨ ਛਕੇ ਜਿਹੜਾ ਤਿਆਗੀ ਹੈ। ਐਸੇ ਸਕਾਰ ਸ਼ੋਭਨ ਨਾ ਕਰ ਦੇਵੇ। ਤੇ ਜੇ ਕੋਈ ਬੱਚਾ ਜਾਂ ਕੋਈ ਇਸਤਰੀ ਜਦੋਂ ਕੋਈ ਪ੍ਰਸ਼ਾਦਾ, ਕੋਈ ਦੁੱਧ ਜਾਂ ਹੋਰ ਪਦਾਰਥ ਭਿੱਖਿਆ 'ਚ ਦੇਣ ਆਵੇ ਤਾਂ ਸਾਹਿਬ ਕਹਿੰਦੇ ਨਾ ਇਸਤਰੀ ਦਾ ਤੇ ਨਾ ਹੀ ਬੱਚੇ ਦਾ, ਕਹਿੰਦੇ ਵੀ ਹੱਥ ਜਿਹੜਾ ਹੈ ਉਹ ਛੋਹਣ ਦਵੇ। ਇੱਥੇ ਇੱਕ ਆਵਾਜ਼ ਆਈ ਜਾਂਦੀ ਕਿੰਨੇ ਚਿਰ ਦੀ, ਵੇਖੋ ਕੀ ਗੱਲ ਆ। ਹਾਂ ਪੜੋ ਇਸ ਤਰ੍ਹਾਂ। ਤ੍ਰੇਸ਼ੇ ਸ਼ਿਕਾਰ ਸ਼ੋਭਨ ਨਾ ਕਰ ਦੇਵੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਿਹੜਾ ਕੋਈ ਭਿੱਖਿਆ ਮੰਗਣ ਵਾਲਾ ਹੈ ਨਾ, ਕੋਈ ਸਾਧੂ ਮਹਾਤਮਾ,
ਉਹ ਕਹਿੰਦੇ ਵੀ ਇਸਤਰੀ ਦਾ ਤੇ ਬੱਚੇ ਦਾ ਜਿਹੜਾ ਹੱਥ ਹੈ ਉਹਨੂੰ ਛੋਹਣ ਨਾ ਦਵੇ, ਆਪਣੇ ਨਾਲ ਲੱਗਣ ਨਾ ਦਵੇ। ਕਿਸ ਕੀਲੇ ਕਰਨ ਖਾਏ। ਫਿਰ ਇਹ ਨਹੀਂ ਵੀ ਜਿੱਥੋਂ ਕਿਥੋਂ ਮਰਜ਼ੀ ਲੈ ਕੇ ਛਕ ਲੈਣਾ ਭੋਜਨ। ਇਹ ਵੀ ਤਾਂ ਵੇਖੇ ਵੀ ਇਹ ਨਹੀਂ ਵੀ ਜਿੱਥੇ ਕਿਥੇ ਕੋਈ ਪਾਪੀ, ਕੋਈ ਚੋਰ, ਕੋਈ ਠੱਗ, ਕੋਈ ਵੇਸ਼ਿਆ ਦਾ ਘਰ ਵੀ ਉੱਥੋਂ ਹੀ ਖਾ ਲਿਆ। ਉਹਦੀ ਕਮਾਈ ਵੀ ਵੇਖੇ ਵੀ ਇਹ ਧਰਮ ਦੀ ਕਿਰਤ ਕਰਨ ਵਾਲਾ ਹੈ ਜਾਂ ਕਿਤੇ ਲੋਕਾਂ ਨੂੰ ਲੁੱਟ ਖਾਣ ਵਾਲਾ ਤਾਂ ਨਹੀਂ। ਜਿਸ ਕਿਸ ਕੀ ਲੈ ਕਰਨਾ ਖਾਏ, ਜਿਸੇ ਕਿਸੇ ਦੇ ਕੋਲ ਜਿੱਥੇ ਕਿਥੇ ਜਾ ਕੇ ਲੈ ਕੇ ਭੋਜਨ ਨਾ ਛਕੇ, ਮਹਾਤਮਾ ਦਾ ਜੀਵਨ ਹੋਵੇ। ਸਿੱਖ ਸਾਧ ਕੋ ਨਹਿ ਬਣਿਆ। ਜਿਹੜਾ ਮਹਾਰਾਜ ਕਹਿੰਦੇ ਸਾਧੂ ਹੈ ਨਾ ਉਹਨੂੰ ਤਾਂ ਇਦਾਂ ਬਣਦਾ ਹੀ ਹੈ, ਪਰ ਜਿਹੜਾ ਮੇਰਾ ਸਿੱਖ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉਹਨੂੰ ਵੀ ਇਦਾਂ ਨਹੀਂ ਬਣਿਆ ਆਉਂਦਾ ਵੀ ਜਿੱਥੋਂ ਕਿੱਥੋਂ ਜਾ ਕਰਕੇ ਝੂਠਾ ਮਿੱਠਾ ਕਿਹਦੇ ਘਰ ਦੇ ਵਿੱਚੋਂ ਜਾ ਕੇ ਖਾ ਲਵੇ। ਅੰਨ ਖਾਣ ਦੇ ਨਾਲ ਬੜਾ ਅਸਰ ਹੁੰਦਾ ਏ। ਕਈ ਕਹਿੰਦੇ ਜੀ ਇਹ ਤਾਂ ਸੌਦਾ ਹੀ ਆ, ਇਹਦੇ ਖਰੀਦ ਕੇ ਉੱਥੋਂ ਲਿਆਂਦਾ, ਸੌਦਾ ਇੱਥੋਂ ਲਿਆ, ਪਦਾਰਥ ਇੱਥੋਂ ਲਏ। ਮਹਾਰਾਜ ਸਾਹਿਬ ਜੀ ਕਹਿੰਦੇ ਨਾ, ਜੇ ਇਦਾਂ ਹੀ ਗੱਲ ਹੁੰਦੀ ਤਾਂ ਮਲਕ ਭਾਗੋ ਦੇ ਘਰ ਦਾ ਜਿਹੜਾ ਭੋਜ ਹੈ ਉਹ ਸਤਿਗੁਰੂ ਮਹਾਰਾਜ ਜ਼ਰੂਰ ਛਕਦੇ। ਸਾਹਿਬਾਂ ਨੇ ਮਲਕ ਭਾਗੋ ਦੇ ਘਰੋਂ ਪਦਾਰਥ ਨਹੀਂ ਛਕੇ ਤੇ ਭਾਈ ਲਾਲੋ ਦੇ ਘਰੋਂ ਖਾਂਦੇ ਰਹੇ। ਇਸ ਤਰ੍ਹਾਂ ਹੋਰ ਵੀ ਬੇਅੰਤੀ ਸਾਖੀਆਂ ਆਉਂਦੀਆਂ ਹਨ। ਕਹਿੰਦੇ ਜਿੱਥੋਂ ਕਿੱਥੋਂ ਦਾ ਲੈ ਕਰਕੇ ਭੋਜਨ ਨਾ ਛਕੇ, ਜਿਸ ਕਿਸ ਦੇ ਕੋਲੋਂ ਲੈ ਕਰਕੇ ਕਹਿੰਦੇ ਨਾ ਖਾਵੇ। ਭੋਜਨ ਪੱਕ ਖਾਏ ਸਭ ਕੇਰਾ। ਅਤੇ ਫੇਰ ਭੋਜਨ ਪੱਕ ਖਾਏ ਸਭ ਕੇਰਾ। ਭੋਜਨ ਪੱਕ ਖਾਏ ਕਹਿੰਦੇ ਜਿਹੜਾ ਪੱਕਿਆ ਹੋਇਆ ਭੋਜਨ ਆ ਨਾ ਜਿਸ ਕਿਸੇ ਦਾ, ਉਹ ਸਭ ਕਿਸੇ ਦਾ ਜਿਹੜਾ ਖਾਂਦਾ ਹੈ। ਜਿੱਥੇ ਕਿੱਥੇ ਜਾ ਕੇ ਵੇਖਦਾ ਵੀ ਖਾਣ ਨੂੰ ਮਿਲੇ। ਹਰ ਇੱਕ ਦੇ ਘਰੋਂ ਕੋਈ ਕਿਰਤ ਕਮਾਈ ਵਾਲਾ ਨਾ ਵੇਖੇ, ਕੋਈ ਜੀਵਨ ਵਾਲਾ ਨਾ ਵੇਖੇ, ਕਿ ਇਹ ਨਾ ਵੇਖੇ ਵੀ ਇਹਦੀ ਕੋਈ ਕਮਾਈ ਹੈ ਜਾਂ ਜੀਵਨ ਹੈ। ਜਿੱਥੋਂ ਕਿੱਥੋਂ ਲੈ ਕੇ ਜਿਹੜਾ ਖਾਣਾ ਸ਼ੁਰੂ ਕਰ ਦਿੰਦਾ ਹੈ ਉਹਨੂੰ ਕਲਗੀਧਰ ਮਹਾਰਾਜ ਸਾਹਿਬ ਕਹਿੰਦੇ ਤਗੜਾ ਵੱਡਾ ਘਾਟਾ ਪੈਂਦਾ ਫਿਰ ਜੀਵਨ 'ਚ। ਜਿਹੜਾ ਹਰ ਇੱਕ ਦੇ ਕੋਲੋਂ ਖਾਈ ਪੀ ਜਾਣਾ ਨਾ, ਜਹਾਂ ਤਹਾਂ ਕਾਚੇ ਪ੍ਰਸਾਦ ਸੁਸਤ ਨਾਹੀ ਆਦ ਜੁਗਾਦ। ਜਿਹੜਾ ਜਿੱਥੋਂ ਕਿੱਥੋਂ ਲੈ ਕੇ ਖਾ ਜਾਂਦਾ। ਰਹਿਤਨਾਮਿਆਂ ਦੇ ਬਚਨ ਨੇ ਕਹਿੰਦੇ ਨਾ ਉਹ ਪਹਿਲਾਂ ਹੀ ਸਾਡਾ ਸਿੱਖ ਸੀ ਤੇ ਨਾ ਗਾਂ ਹੀ ਸਾਡਾ ਸਿੱਖ ਹੋਵੇਗਾ। ਇਸ ਕਰਕੇ ਜਿਹੜਾ ਜਿੱਥੋਂ ਕਿੱਥੋਂ ਲੈ ਕੇ ਕੋਈ ਮਾੜੇ ਲੋਕਾਂ ਦੇ ਕੋਲੋਂ, ਕੋਈ ਭੈੜਿਆਂ ਦੇ ਪਦਾਰਥ, ਕੋਈ ਵੇਸ਼ਿਆ ਦੇ, ਕੋਈ ਪਾਪੀਆਂ ਦੇ, ਕੋਈ ਦੁਸ਼ਟਾਂ ਦੇ ਹੱਥਾਂ ਦਾ ਖਾਣਾ, ਉਹਦੇ ਨਾਲ ਕਹਿੰਦੇ ਖਾਣ ਵਾਲੇ ਨੂੰ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ। ਦੋਹਰਾ ਜਾਂ ਕੀ ਰਹਿਤ ਨਾ ਜਾਣੀਐ। ਜਾਂ ਕੀ ਰਹਿਤ ਨਾ ਜਾਣੀਐ। ਸਾਹਿਬ ਜੀ ਕਹਿੰਦੇ ਵੀ ਜਿਨ੍ਹਾਂ ਦੀ ਰਹਿਤ ਦਾ ਨਹੀਂ ਨਾ ਪਤਾ ਵੀ ਇਹ ਰਹਿਤ ਰੱਖੀ ਇਹਨਾਂ ਨੇ ਅੰਮ੍ਰਿਤ ਛਕਿਆ ਜਾਂ ਨਗੁਰਈ ਹਨ। ਗੁਰੂ ਮੰਤਰ ਨਹਰੀਤ। ਜਿਨ੍ਹਾਂ ਦੇ ਘਰ ਦੇ ਵਿੱਚ ਗੁਰੂ ਮੰਤਰ ਦੀ ਕੋਈ ਮਰਿਆਦਾ ਨਹੀਂ ਹੈ, ਗੁਰੂ ਮੰਤਰ ਨਹੀਂ ਜਿਨ੍ਹਾਂ ਨੇ ਧਾਰਨ ਕੀਤਾ, ਜਿਨ੍ਹਾਂ ਨੇ ਕਹਿੰਦੇ ਭਾਈ ਅੰਮ੍ਰਿਤ ਨਹੀਂ ਛਕਿਆ, ਜਿਹੜੇ ਨਗੁਰਈ ਹਨ। ਭੋਜਨ ਖਾਏ ਕੈ। ਉਹਨਾਂ ਨਗੁਰਿਆਂ ਦਾ ਗੁਰਮੰਤਰ ਤੋਂ ਹੀਣਿਆਂ ਦੇ ਘਰ ਦਾ ਜਿਹੜਾ ਭੋਜਨ ਪ੍ਰਸ਼ਾਦਾ ਹੈ ਨਾ ਉਹ ਛਕ ਕਰਕੇ ਹਰ ਕੀ ਪ੍ਰੀਤ। ਰੱਬ ਦੀ ਪ੍ਰੀਤ ਵਿਸਰ ਜਾਂਦੀ। ਪਰਮੇਸ਼ਰ ਨਾਲ ਪਿਆਰ ਨਹੀਂ ਪੈਂਦਾ ਵੀ ਜਿਹਦੇ ਕਿਹਦੇ ਘਰੋਂ ਲੈ ਕੇ ਖਾਣ ਦੇ ਨਾਲ ਵਾਹਿਗੁਰੂ ਦੇ ਨਾਲ ਬਿਰਤੀ ਨਹੀਂ ਲੱਗਦੀ, ਬਿਰਤੀ ਨਹੀਂ ਠਹਿਰਦੇ। ਇਹ ਸਭ ਰੀਤ ਵਿਚਾਰ ਕੈ। ਕਲਗੀਧਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆ ਜਿਹੜੀ ਹੈ ਆਨੰਦ ਸਿੰਘ ਬੱਚੇ ਤੈਨੂੰ ਪਿੱਛੇ ਕੁਝ ਗੱਲਾਂ ਕਹੀਆਂ ਨਾ ਵੀ ਸਾਧੂ ਕੈਸਾ ਹੋਵੇ, ਉਹਨੂੰ ਕੀ ਕਰਨਾ ਚਾਹੀਦਾ ਹੈ। ਕਹਿੰਦੇ ਵੀ ਇਹ ਸਾਰੀ ਜਿਹੜੀ ਰੀਤੀ ਮਰਿਆਦਾ ਜਦੋਂ ਸਾਧੂ ਨੇ ਵਿਚਾਰ ਲਈ ਨਾ ਚੰਗੀ ਤਰ੍ਹਾਂ ਆਪਣਾ ਸਾਧੂਆਂ ਵਾਲਾ ਲਿਬਾਸ ਬਣਾ ਲਿਆ। ਉਹ ਜਿਹੜਾ ਤਪਸਵੀ ਮਹਾਤਮਾ ਸੀ ਉਹ ਬਾਜ਼ਾਰ ਦੇ ਵਿੱਚ ਚਲਾ ਗਿਆ। ਨਗਰ ਦੇ ਵਿੱਚ ਗਿਆ ਤਾਂ ਇੱਕ ਸ਼ਾਹੂਕਾਰ ਦੇ ਘਰ ਦੇ ਵਿੱਚ ਇੱਕ ਕੋਈ ਬੜਾ ਵੱਡਾ ਕਹਿੰਦੇ ਜੱਗ ਹੋਇਆ, ਭੰਡਾਰਾ ਲਾਇਆ, ਉਹਨੇ ਲੰਗਰ ਲਾਇਆ ਹੋਇਆ ਸੀ। ਬੜੀ ਭੀੜ ਭਰ ਰਹੀ ਨਿਕੇਤ। ਉਹਦੇ ਘਰ ਦੇ ਬੂਹੇ ਅੱਗੇ ਉਹ ਮਹਾਤਮਾ ਤਪਸਵੀ ਵੀ ਚਲਾ ਗਿਆ। ਜਦੋਂ ਤਪਸਵੀ ਉਸ ਜਿਹੜਾ ਸੀ ਉਸ ਜਿਹਦੇ ਘਰ ਦੇ ਵਿੱਚ ਲੰਗਰ ਲੱਗਾ ਹੋਇਆ, ਕੋਈ ਭੋਜਨ ਪ੍ਰਸ਼ਾਦਾ ਵਰਤ ਰਿਹਾ ਸੀ, ਉਹਦੇ ਘਰ ਦੇ ਅੱਗੇ ਗਿਆ ਤਾਂ ਖਾਣ ਵਾਲੇ ਲੋਕਾਂ ਦੀ ਬਹੁਤ ਭਾਰੀ ਭੀੜ ਲੱਗੀ ਹੋਈ ਘਰ ਦੇ ਅੱਗੇ। ਭੋਜਨ ਦੇਤ। ਕੀ ਵੇਖਦਾ ਹੈ ਮਹਾਤਮਾ ਵੀ ਜਿਹੜਾ ਕੋਈ ਸ਼ਗਨ ਛਕਾਉਣ ਵਾਸਤੇ ਆਉਂਦਾ ਇਹਨਾਂ ਨੂੰ ਫੜ ਕੇ ਉਹ ਜਿਹੜਾ ਸੇਠ ਸੀ ਕੋਈ ਸ਼ਾਹੂਕਾਰ ਉਹ ਜਾਂ ਉਹਦੇ ਘਰ ਦੇ ਫੜ ਕੇ ਭਾਈ ਜਾਂਦੇ, ਇੱਥੇ ਬਹਿ ਜਾਓ, ਇੱਥੇ ਬਹਿ ਜਾਓ, ਛਕੋ। ਉੱਥੇ ਹੀ ਜਾ ਕੇ ਉਹ ਮਹਾਤਮਾ ਤਪਸਵੀ ਵੀ ਖਲੋ ਗਿਆ ਵੀ ਚਲੋ ਮੈਨੂੰ ਵੀ ਕਹਿਣਗੇ ਤੇ ਮੈਂ ਵੀ ਕੁਝ ਛਕ ਲਵਾਂਗਾ। ਪਰ ਮਹਾਰਾਜ ਕਹਿੰਦੇ ਉਹ ਭੀੜ ਬਹੁਤ ਹੋਣ ਕਰਕੇ ਜਿਹੜਾ ਸੇਠ ਸੀ ਉਹ ਹੋਰ ਲੋਕਾਂ ਨੂੰ ਭੋਜਨ ਛਕਣ ਛਕਾਉਣ ਦੇ ਵਿੱਚ ਉਹਦਾ ਧਿਆਨ ਲੱਗਾ ਰਿਹਾ।
ਉਹ ਮਹਾਤਮਾ ਵੱਲ ਧਿਆਨ ਹੀ ਨਹੀਂ ਗਿਆ। ਨਾ ਕਿਸੇ ਨੇ ਆਖਿਆ ਵੀ ਆਓ ਮਹਾਤਮਾ ਜੀ ਬੈਠੋ, ਨਾ ਕਿਸੇ ਨੇ ਆਖਿਆ ਵੀ ਤੁਹਾਨੂੰ ਵੀ ਛਕਾਉਨੇ ਆ। ਪ੍ਰਣ ਸੰਤੋਖ ਧਰਿਓ ਸੋ ਵਿਚਾਰੇ। ਪਰ ਉਸ ਰਿਖੀ ਨੇ, ਉਸ ਮਹਾਤਮਾ ਨੇ ਪ੍ਰਣ ਧਾਰਿਆ ਹੋਇਆ ਸੀ ਨਾ ਵੀ ਮੈਂ ਸੰਤੋਖ 'ਚ ਰਹਿਣਾ, ਵੀ ਕਿਸੇ ਕੋਲੋਂ ਮੂੰਹੋਂ ਨਹੀਂ ਮੰਗਣਾ। ਕੋਈ ਆਪੇ ਆਖੇਗਾ ਵੀ ਛਕੋ ਤਾਂ ਫੇਰ ਛਕ ਲਾਂਗੇ, ਜੇ ਆਪ ਮੰਗਦਾ ਹੈ ਤਾਂ ਕਹਿੰਦਾ ਪਾਪ ਲੱਗਦਾ ਹੈ, ਜਦੋਂ ਅਗਲਾ ਆਖੇਗਾ ਤੇ ਫੇਰ ਪਰਮੇਸ਼ਰ ਦਾ ਭਾਣਾ, ਫਿਰ ਪਰਮੇਸ਼ਰ ਦੀ ਵੱਲੋਂ ਦਾਤ ਹੋ ਜਾਂਦੀ ਹੈ। ਇਸ ਤਰ੍ਹਾਂ ਕਲਗੀਧਰ ਮਹਾਰਾਜ ਜੀ ਕਹਿੰਦੇ ਪ੍ਰਣ ਸੰਤੋਖ ਧਰਿਓ ਸੋ ਵਿਚਾਰੇ। ਕਹਿੰਦੇ ਸੰਤੋਖ ਦਾ ਪ੍ਰਣ ਧਾਰ ਕੇ ਉਸ ਮਹਾਤਮਾ ਨੇ ਵਿਚਾਰ ਕੀਤੇ। ਹਰਿਓ ਰਹਿਓ ਹੋਏ ਇੱਕ ਕਿਨਾਰੇ। ਇੱਕ ਕਿਨਾਰੇ ਤੇ ਹੋ ਗਏ ਸਾਹਿਬ, ਕਹਿੰਦੇ ਉਹ ਤਪਸਵੀ ਖਲੋਤਾ ਰਿਹਾ। ਜਿਸ ਜਬ ਭੀ ਸਭ ਲੋਕ ਭਿਆਨੇ। ਏਦਾਂ ਕਰਦਿਆਂ ਕਰਦਿਆਂ ਕਹਿੰਦੇ ਰਾਤ ਹੋ ਗਈ। ਸਾਰਾ ਦਿਨ ਲੰਗਰ ਚੱਲਦਾ ਰਿਹਾ, ਤੇ ਜਦੋਂ ਲੰਗਰ ਚੱਲਦਾ ਰਿਹਾ ਰਾਤ ਨੂੰ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ। ਤਪਸੀ ਨਿਜ ਆਏ ਟਿਕਾਣੇ। ਤਪਸਵੀ ਨੇ ਵੇਖਿਆ ਵੀ ਇਹਨਾਂ ਦਾ ਹੁਣ ਭਾਂਡੇ ਮੁੱਦੇ ਮਾਰਦੇ ਨਾ, ਮੈਨੂੰ ਕੀ ਛਕਾਉਣਾ ਹੈ। ਉਹ ਮਹਾਤਮਾ ਵੇਖ ਕਰਕੇ ਤੇ ਆਪਣੇ ਜਿੱਥੇ ਕੋਈ ਬਾਹਰ ਕੁਟੀਆ ਕੋਈ ਆਸਣ ਸੀ ਜੰਗਲ ਦੇ ਵਿੱਚ, ਉੱਥੇ ਆ ਗਿਆ। ਆਦੀ ਰਾਤ ਭਾਈ ਜਿਸ ਕਾਲਾ। ਮਹਾਰਾਜ ਕਹਿੰਦੇ ਹੇ ਭਾਈ ਆਨੰਦ ਸਿੰਘ, ਜਦੋਂ ਮਹਾਤਮਾ ਆਪਣੀ ਕੁਟੀਆ ਜਾ ਗਿਆ ਨਾ, ਤੇ ਉਹਨੂੰ ਅੱਧੀ ਕੁ ਰਾਤ ਦਾ ਜਦੋਂ ਸਮਾਂ ਬਤੀਤ ਹੋ ਗਿਆ, ਦੋਇ ਦੇਵਨ ਕੇ ਦੂਤ ਕਰਾਲਾ। ਕਹਿੰਦੇ ਦੇਵਪੁਰੀ ਦੇ ਵਿੱਚੋਂ ਬੜੇ ਤਗੜੇ ਭਿਆਨਕ ਜੇ ਦੋ ਦੂਤ ਮਹਾਤਮਾ ਦੀ ਕੁਟੀਆ ਦੇ ਕੋਲ ਆਣ ਪਹੁੰਚੇ। ਜਵੰਤ ਮਸਾਲੇ ਹੱਥਨ ਲਈ। ਉਹਨਾਂ ਦੇ ਹੱਥ ਦੇ ਵਿੱਚ ਅੱਗ ਦੀਆਂ ਬਲਦੀਆਂ ਹੋਈਆਂ ਮਸਾਲਾਂ ਫੜੀਆਂ ਹੋਈਆਂ ਸਨ ਤੇ ਹੱਥਾਂ 'ਚ ਲੈ ਕੇ ਆ ਗਏ। ਤਪਸੇ ਆਨ ਹਕਾਰਨ ਕੀ। ਕੁਟੀਆ ਦੇ ਬਾਹਰ ਖਲੋ ਕੇ ਤਪਸਵੀ ਨੂੰ ਆਵਾਜ਼ ਮਾਰੀ ਵੀ ਹੇ ਜਵਾਲਾ ਜੀ, ਹੇ ਮਹਾਤਮਾ ਜੀ ਬਾਹਰ ਆਵੋ। ਤੁਮ ਟਿਕ ਦੇਵਨ ਹਮਹੁ ਪਠਾਏ। ਜਦੋਂ ਉਹਨੇ ਪੁੱਛਿਆ ਮਹਾਤਮਾ ਨੇ ਵੀ ਤੁਸੀਂ ਕੌਣ ਹੋ, ਤਾਂ ਉਹ ਕਹਿਣ ਲੱਗੇ ਜਿਨ੍ਹਾਂ ਮਸਾਲਾਂ ਫੜੀਆਂ ਸਨ ਦੂਤਾਂ ਨੇ, ਵੀ ਤੁਹਾਡੇ ਕੋਲ ਸਾਨੂੰ ਦੇਵਤਿਆਂ ਨੇ ਭੇਜਿਆ ਹੈ। ਮਹਾਰਾਜ ਕੀ ਆਗਿਆ ਲਿਆ। ਆ ਪਰਮੇਸ਼ਰ ਦੀ ਆਗਿਆ ਨਾਲ ਆਏ ਆ। ਵਾਹਿਗੁਰੂ ਦਾ ਸਾਨੂੰ ਹੁਕਮ ਹੈ ਵੀ ਜਾਓ, ਵੀ ਫਲਾਣੇ ਸੇਠ ਨੇ ਸਾਡੇ ਸੰਤ ਨੂੰ ਭੋਜਨ ਨਹੀਂ ਛਕਾਇਆ, ਉਹਦੇ ਹੁਕਮ ਨਾਲ ਆਏ ਹਾਂ। ਉੱਠ ਕਰ ਹਮਰੇ ਸੰਗ ਸਿਧਾਰੋ। ਉੱਠੋ ਸੰਤ ਜੀ ਹੁਣੇ ਛੇਤੀ ਤੇ ਸਾਡੇ ਨਾਲ ਚੱਲੋ, ਦੱਸੋ ਘਰ ਸਾਨੂੰ ਜਿੱਥੇ ਵੀ ਉਹ ਸੇਠ ਦਾ ਘਰ ਹੈ। ਔਰ ਮੈਂ ਸ਼ਾਹੋ ਤਿਸੀ ਘਰ ਜਾ ਰਹਾ। ਆ ਜਿਹੜਾ ਸ਼ਹਿਰ ਦੇ ਵਿੱਚ ਉਹ ਸ਼ਾਹੂਕਾਰ ਵਸਦਾ ਹੈ ਨਾ, ਉਹਦਾ ਘਰ ਸਾੜਨਾ ਹੈ ਅਸੀਂ। ਸਾਨੂੰ ਪਰਮੇਸ਼ਰ ਨੇ ਭੇਜਿਆ ਹੁਕਮ ਕਰਕੇ, ਤੇ ਇਹ ਸੰਤ ਜੀ ਤੁਸੀਂ ਉਠੋ, ਅੱਗੇ ਅੱਗੇ ਚੱਲੋ, ਸਾਨੂੰ ਰਾਹ ਦੱਸੋ, ਅਸੀਂ ਜਾ ਕੇ ਉਹ ਸੇਠ ਦਾ ਘਰ ਜਿਹੜਾ ਸਾਰਾ ਸਾੜ ਕੇ ਸੁਆਹ ਕਰ ਦੇਣਾ ਏ। ਜਿਸ ਕਰ ਸੰਤ ਸ਼ੁੱਧਤ ਹੀ ਆਏ। ਇਹ ਵਾਹਿਗੁਰੂ ਵੱਲੋਂ ਸਾਨੂੰ ਹੁਕਮ ਹੋਇਆ ਹੈ ਵੀ ਜਿਹੜੇ ਘਰ ਦੇ ਵਿੱਚੋਂ ਸੰਤ ਭਗਤ ਭੁੱਖੇ ਹੀ ਆ ਗਏ ਨੇ, ਸਾਡੇ ਮਹਾਤਮਾ ਸੇਵਕ। ਮੈਂ ਆਦਰ ਕੋ ਪਚ ਭੀਗਾ। ਆ ਵੇਖੋ ਵੀ ਭੋਜਨ ਛਕਾਉਣਾ ਤੇ ਬੜੀ ਦੂਰ ਦੀ ਗੱਲ ਸੀ। ਕਿਸੇ ਨੇ ਇਹ ਨਹੀਂ ਆਖਿਆ ਆਓ ਜੀ ਬੈਠੋ ਜੀ, ਸਤਿਕਾਰ ਦਾ ਬਚਨ ਵੀ ਨਹੀਂ ਕਹਿੰਦੇ ਜਿਸ ਘਰ ਦੇ ਵਿੱਚ ਕਿਹਾ। ਸਾਰੋ ਤਿਸੀ ਨੇ ਪਾਪ ਕਮਾਏ। ਉਹ ਦੋਵੇਂ ਦੂਤ ਕਹਿਣ ਲੱਗੇ ਵੀ ਸਾਨੂੰ ਇਹ ਹੁਕਮ ਹੈ ਵੀ ਉਹ ਜਿਹੜਾ ਸ਼ਾਹੂਕਾਰ ਹੈ ਨਾ, ਉਹਨੇ ਸਾਡੇ ਸੰਤ ਸੇਵਕ ਨੂੰ ਭੋਜਨ ਨਾ ਛਕਾ ਕੇ ਤੇ ਬਹੁਤ ਵੱਡਾ ਕਹਿੰਦੇ ਪਾਪ ਕਮਾਇਆ ਹੈ। ਤੁਮ ਸਹਾਏ ਹਿਤ ਹਮ ਚੱਲ ਆਏ। ਇਸ ਕਰਕੇ ਦੂਤ ਕਹਿੰਦੇ ਹੈ ਸੰਤ ਜੀ ਤੁਹਾਡੀ ਸਹਾਇਤਾ ਕਰਨ ਦੇ ਲਈ ਅਸੀਂ ਚੱਲ ਕੇ ਆਏ ਹਾਂ। ਆਗੇ ਘਰ ਦੇਹੋ ਦਿਖਾ। ਚਲੋ ਉਠੋ ਸਾਡੇ ਅੱਗੇ ਲੱਗੋ, ਦੱਸੋ ਕਿਹੜਾ ਘਰ ਹੈ ਵੀ ਜਿੱਥੇ ਸਾਰੀ ਦਿਹਾੜੀ ਜੱਗ ਲੱਗਾ ਰਿਹਾ ਪਰ ਤੁਹਾਨੂੰ ਨਾ ਛਕਣ ਨੂੰ ਨਹੀਂ ਦਿੱਤਾ ਸੀ, ਘਰ ਸਾੜ ਕੇ ਸੁਆਹ ਕਰਨਾ ਏ। ਸੁਣ ਕਰ ਤਪਸੀ ਭਇਓ ਅਗਵਾਏ। ਤੇ ਮਹਾਰਾਜ ਕਹਿੰਦੇ ਹੇ ਭਾਈ ਆਨੰਦ ਸਿੰਘ, ਜਦੋਂ ਮਹਾਤਮਾ ਨੂੰ ਦੂਤਾਂ ਨੇ ਇਦਾਂ ਕਿਹਾ ਨਾ ਵੀ ਚੱਲ ਸਾਡੇ ਨਾਲ ਤੇ ਅਸੀਂ ਘਰ ਸਾੜਨਾ ਉਸ ਸੇਠ ਦਾ, ਤੇ ਉਹ ਮਹਾਤਮਾ ਉਸ ਵੇਲੇ ਅੱਗੇ ਹੋਇਆ ਤੇ ਜਿੱਥੇ ਦੂਤ ਖਲੋਤੇ ਸਨ ਉਹਨਾਂ ਦੇ ਨੇੜੇ ਹੋ ਕਰਕੇ ਮੁਝ ਕੋ ਭੀ ਇੱਕ ਦੇਹੋ ਮਸਾਲ। ਕਹਿਣ ਲੱਗਾ ਵੀ ਲਿਆਓ ਫਿਰ ਇਦਾਂ ਕਰੋ ਵੀ ਇੱਕ ਮਿਸਾਲ ਜਿਹੜੀ ਆ ਨਾ ਉਹ ਤੁਸੀਂ ਮੈਨੂੰ ਵੀ ਫੜਾ ਦਿਓ, ਵੀ ਆ ਤੁਸੀਂ ਇਹ ਬੱਗ ਦੀਆਂ ਬਲਦੀਆਂ ਮਸਾਲਾਂ ਫੜੀਆਂ ਨੇ, ਵੀ ਇੱਕ ਮਿਸਾਲ ਸੰਤ ਕਹਿਣ ਲੱਗਾ ਦੂਤੋ ਮੇਰੇ ਹੱਥ 'ਚ ਵੀ ਫੜਾ ਦਿਓ। ਜੈ ਤਿਨਹੁ ਗਹਿ ਕੈ ਕਰ ਨਾਲ। ਤੇ ਦੂਤਾਂ ਨੇ ਉਸੇ ਵੇਲੇ ਉਹ ਸੰਤ ਨੂੰ ਕਹਿੰਦੇ ਵੀ ਉਹ ਮਿਸਾਲ ਫੜਾ ਦਿੱਤੀ, ਇਹ ਸੋਚ ਕੇ ਵੀ ਜਿੱਦਾਂ ਅਸੀਂ ਉਹਦੇ ਘਰ ਨੂੰ ਸਾੜਨਾ ਚਾਹੁੰਦੇ ਆ ਵੀ ਉਸੇ ਤਰ੍ਹਾਂ ਹੋ ਸਕਦਾ ਹੈ ਵੀ ਇਹ ਸੰਤ ਵੀ ਚਾਹੁੰਦਾ ਹੋਵੇ ਵੀ ਮੈਂ ਵੀ ਜਾ ਕੇ ਅੱਗ ਲਾਵਾਂ। ਇਹ ਸੋਚ ਕੇ ਉਹਨਾਂ ਦੂਤਾਂ ਨੇ ਮਹਾਤਮਾ ਨੂੰ ਮਿਸਾਲ ਫੜਾ ਦਿੱਤੇ। ਦੂਤਨ ਕੋ ਤਬ ਲਗਿਓ ਜਲਾਵਨ। ਤੇ ਸੰਤ ਨੇ ਕੀ ਕੀਤਾ, ਜਦੋਂ ਮਿਸਾਲ ਫੜੀ ਨਾ ਤੇ ਉਹ ਮਿਸਾਲ ਫੜ ਕੇ ਉਹ ਜਿਹੜੇ ਦੂਤ ਕਹਿੰਦੇ ਸੀ ਨਾ ਵੀ ਚੱਲ ਸੇਠ ਦਾ ਘਰ ਦੱਸ ਅਸੀਂ ਉਹਨੂੰ ਅੱਗ ਲਾਉਣੀ, ਉਹਨਾਂ ਦੂਤਾਂ ਦੇ ਕੱਪੜਿਆਂ ਨੂੰ ਅੱਗ ਲਾਉਣ ਲੱਗ ਪਿਆ। ਕੇ ਤਪਸੀ ਤੇ ਡਰ ਪਾਵਨ। ਜਦੋਂ ਤਪਸਵੀ ਨੇ ਇਦਾਂ ਕੀਤਾ, ਜਦੋਂ ਦੂਤਾਂ ਨੂੰ ਅੱਗ ਲਾਉਣ ਲੱਗਾ ਤਾਂ ਉਹ ਦੋਵੇਂ ਦੂਤ ਮਹਾਤਮਾ ਤੋਂ ਡਰ ਕੇ ਕਹਿੰਦੇ ਅੱਗੇ ਲੱਗ ਕੇ ਨੱਸ ਪਏ। ਲਗਿਓ ਸੁਨਾਵਨ
ਤਿਨ ਬਖਿਆਤਾ। ਤੇ ਭੱਜੇ ਜਾਂਦਿਆਂ ਨੂੰ ਉਹ ਮਹਾਤਮਾ ਉੱਚੀ ਬੋਲ ਕਰਕੇ ਏਦਾਂ ਸੁਣਾਉਂਦਿਆਂ ਹੋਇਆਂ ਕਹਿਣ ਲੱਗਾ, ਏਕੋ ਸ਼ਾਹ ਸਭਨ ਕੋ ਦਾਤਾ। ਉਹ ਕਹਿਣ ਲੱਗਾ, ਉਹ ਕਿਉਂ ਤੁਸੀਂ ਕਹਿੰਦੇ ਹੋ ਵੀ ਉਹ ਸ਼ਾਹੂਕਾਰ ਪਾਪੀ ਹੈ ਤੇ ਅਸੀਂ ਉਹਦਾ ਘਰ ਸਾੜਨਾ? ਉਹ ਮਹਾਤਮਾ ਕਹਿਣ ਲੱਗਾ, ਉਹ ਸ਼ਾਹੂਕਾਰ ਤਾਂ ਬਹੁਤ ਹੀ ਚੰਗਾ, ਉਹ ਤਾਂ ਬੜੇ ਲੋਕਾਂ ਨੂੰ ਕਹਿੰਦੇ ਉਹਨੇ ਭੋਜਨ ਛਕਾਇਆ, ਦਾਤਾ ਬਣ ਕੇ ਬੜਿਆਂ ਨੂੰ ਲੰਗਰ ਲਾਇਆ। ਵਿਸ਼ਨ ਜੇ ਅੰਤਰ ਜਾਮੇ ਪ੍ਰੇਰ ਹੈ। ਤੇ ਬਾਕੀ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਮੈਨੂੰ ਕਿਉਂ ਨਹੀਂ ਉਹਨੇ ਭੋਜਨ ਦਿੱਤਾ, ਕਹਿਣ ਲੱਗੇ ਵੀ ਜਿਹੜਾ ਪਰਮੇਸ਼ਰ ਹੈ ਉਹ ਅੰਤਰਜਾਮੀ ਹੈ, ਤੇ ਜੋ ਅੰਤਰਜਾਮੀ ਮਹਾਰਾਜ ਪਰਮੇਸ਼ਰ ਉਸ ਮਹਾਤਮਾ ਸੰਤ ਕਹਿੰਦੇ ਵੀ ਸੇਠ ਨੂੰ ਪ੍ਰੇਰ ਦਿੰਦਾ, ਜੇ ਉਹ ਸ਼ਾਹੂਕਾਰ ਨੂੰ ਅੰਦਰੋਂ ਹੀ ਪ੍ਰੇਰਦਾ ਵੀ ਇਹਨੂੰ ਭੋਜਨ ਛਕਾ। ਕਉ ਦਾਤਾ ਦੇ ਤੋ ਬਿਨ ਦੇਰ। ਤੇ ਕਹਿੰਦੇ ਜਿੱਥੇ ਉਹ ਸਾਰੇ ਲੋਕਾਂ ਨੂੰ ਭੋਜਨ ਛਕਾ ਰਿਹਾ ਸੀ, ਉਹ ਸ਼ਾਹੂਕਾਰ ਦਾ ਮੈਨੂੰ ਨਾ ਛਕਾਉਂਦਾ, ਆਪਣੇ ਆਪ ਹੀ ਉਹਨੇ ਛਕਾ ਦੇਣਾ ਸੀ। ਇਹ ਤਾਂ ਪਰਮੇਸ਼ਰ ਨੇ ਹੀ ਉਹਨੂੰ ਅੰਦਰੋਂ ਪ੍ਰੇਰਨਾ ਕਰਨੀ ਸੀ ਨਾ ਵੀ ਉਹ ਸੰਤ ਆਇਆ ਵੀ ਇਹਨੂੰ ਵੀ ਲੰਗਰ ਛਕਾ ਦੇ। ਸਭ ਜਗ ਕਰਤਾ ਕਿਰਤ ਕਰਾਵਨ। ਹਾਂ, ਇਸ ਕਰਕੇ ਭਾਈ ਸਾਰੇ ਜਗਤ ਦਾ ਜਿਹੜਾ ਕਰਤਾ ਵਾਹਿਗੁਰੂ ਹੈ, ਮਹਾਤਮਾ ਉਹਨਾਂ ਦੂਤਾਂ ਨੂੰ ਕਹਿੰਦਾ ਵੀ ਕਰਦਾ ਕਰਾਉਂਦਾ ਸਾਰਾ ਕੁਝ ਉਹ ਵਾਹਿਗੁਰੂ ਆਪ ਹੀ, ਉਹਦੇ ਹੱਥ ਹੀ ਆ ਸਭ ਕੁਝ ਕਰਤਾਰ ਦੇ। ਤਾਂ ਸ਼ਾਹੋ ਵਸ ਜੇ ਪ੍ਰਭ ਦਿਆ। ਉਹ ਸ਼ਾਹੂਕਾਰ ਵਿਚਾਰੇ ਦੇ ਵਸ ਕੀ ਸੀ? ਜੇ ਰੱਬ ਮੈਨੂੰ ਉਹਦੇ ਕੋਲੋਂ ਭੋਜਨ ਦਵਾ ਦਿੰਦਾ ਉਹਦੇ ਅੰਦਰ ਵਸ ਕੇ, ਤਾਂ ਉਹਨੇ ਮੈਨੂੰ ਵੀ ਛਕਾ ਦੇਣਾ ਸੀ। ਜਿੱਥੇ ਹਜ਼ਾਰਾਂ ਲੋਕਾਂ ਦੇ ਮੂੰਹ 'ਚ ਉਹ ਰੋਟੀ ਅੰਨ ਪਾ ਰਿਹਾ ਸੀ, ਉੱਥੇ ਮੈਨੂੰ ਦੇਣ ਦੇ ਨਾਲ ਉਹਨੂੰ ਕੀ ਭਾਰ ਲੱਗਣਾ ਸੀ? ਹਰ ਸੁਆਮੀ ਕਰਤਾ ਨਿਤ ਦਾਇਆ। ਆ ਇਹ ਤਾਂ ਕਹਿੰਦੇ ਵੀ ਹਰ ਸੁਆਮੀ ਜਿਹੜਾ ਹਰੀ ਵਾਹਿਗੁਰੂ ਸੁਆਮੀ ਹੈ, ਨੇਤੀ ਕਹਿੰਦੇ ਵੀ ਸਾਰਿਆਂ ਤੇ ਦਇਆ ਕਰਦਾ ਹੈ। ਅਧੀਨ ਸਭ ਤਿਸ ਕੀ ਮਾਇਆ। ਕਲਗੀਧਰ ਮਹਾਰਾਜ ਕਹਿੰਦੇ ਉਹ ਸੰਤ ਨੇ ਦੋਵਾਂ ਦੂਤਾਂ ਨੂੰ ਕਿਹਾ ਵੀ ਅਸੀਂ ਵਾਹਿਗੁਰੂ ਦੀ ਮਾਇਆ ਦੇ ਅਧੀਨ ਆ ਸਾਰੇ ਜੀ ਜੰਤ। ਕੋ ਚਰਨ ਬੰਦਨਾ ਬਰਨੀ। ਇਸ ਕਰਕੇ ਹੇ ਦੂਤੋ ਤੁਹਾਡੇ ਦੇ ਪੈਰਾਂ ਦੇ ਮੈਂ ਮੱਥਾ ਹੀ ਟੇਕਦਾ, ਜਾਓ ਜਾ ਕੇ ਰੱਬ ਦਾ ਵਾਸਤਾ ਜੇ ਆਪਣਾ ਕੰਮ ਕਰੋ। ਵੀ ਜੇ ਮੈਨੂੰ ਉਹਨੇ ਮਹਾਤਮਾ ਕਹਿੰਦੇ ਵੀ ਸ਼ਾਹੂਕਾਰ ਨੇ ਭੋਜਨ ਨਹੀਂ ਛਕਾਇਆ ਤੇ ਇਹਦੇ ਵਿੱਚ ਉਹਦਾ ਕਸੂਰ ਥੋੜਾ ਹੈ, ਉਹ ਤਾਂ ਹੋਰਾਂ ਨੂੰ ਵੀ ਕਈ ਛਕਾ ਰਿਹਾ ਸੀ ਭੋਜਨ। ਵਾਹਿਗੁਰੂ ਪ੍ਰੇਰਨਾ ਕਰ ਦਿੰਦਾ ਤੇ ਮੈਨੂੰ ਵੀ ਛਕਾ ਦੇਣਾ ਸੀ। ਤੈਨੂੰ ਮੱਥਾ ਟੇਕਿਆ, ਤੁਹਾਨੂੰ ਜਾਓ ਵੀ ਜਾ ਕੇ ਆਪਣਾ ਕੰਮ ਕਰੋ, ਮੈਂ ਨਹੀਂ ਕਿਸੇ ਸੇਠ ਦਾ ਘਰ ਸਾੜਨਾ। ਐਸੀ ਫੇਰ ਨਹੀਂ ਕਬ ਕਰ। ਤੇ ਨਾਲ ਹੀ ਹੱਥ ਜੋੜ ਕੇ ਸੰਤ ਕਹਿੰਦੇ ਵੀ ਇਹੋ ਜਿਹਾ ਕੰਮ ਫੇਰ ਨਾ ਕਰਿਓ ਵੀ ਜਦਾਂ ਅੱਗ ਜੀ ਚੁੱਕ ਕੇ ਆ ਗਏ ਹੋ। ਹੁਣ ਤਾਂ ਮੇਰੇ ਕੋ ਆਏ ਨਾ ਹੋਏ ਵੀ ਸਿੱਧਾ ਜਾ ਕੇ ਕੋਈ ਨਰਾਦਰੀ ਕਰੇ ਤੇ ਉਹਦਾ ਜਾ ਕੇ ਘਰ ਘਾਟ ਸਾੜ ਦਿਓ, ਮੈਨੂੰ ਕੋਈ ਨਹੀਂ ਫਰਕ ਪੈਂਦਾ। ਸੁਨੋ ਨੀਗਰਾ ਗੁਰ ਕਹੇ ਤੋਨਾ। ਇਹ ਸਾਖੀ ਸੁਣਾਉਂਦਿਆਂ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਹੇ ਭਾਈ ਆਨੰਦ ਸਿੰਘ ਤੂੰ ਸਾਡੀ ਗੱਲ ਸੁਣ ਵੀ ਜਿਸ ਤਰ੍ਹਾਂ ਉਹ ਤਿਆਗੀ ਸੀ ਨਾ, ਜੇ ਤੂੰ ਤਿਆਗੀ ਬਣਨਾ ਹੈ, ਤਿਆਗੀ ਬਣੇ ਤਾਂ ਐਸਾ ਹੋਣਾ। ਜੇ ਤਿਆਗੀ ਬਣਨਾ ਤਾਂ ਇਹੋ ਜਿਹਾ ਤਿਆਗੀ ਹੋਣਾ ਚਾਹੀਦਾ ਜਿਹੋ ਜਿਹਾ ਉਹ ਮਹਾਤਮਾ ਤਿਆਗੀ ਸੀ। ਪਰ ਅਵਗੁਣ ਚਿਤ ਬੋ ਨਹਿ ਕੋਈ। ਪਰਾਈ ਦਾ ਪਰਾਏ ਦਾ ਕਹਿੰਦੇ ਵੀ ਔਗਣ ਨਾ ਚੇਤਾ ਕਰੇ। ਇਹ ਨਾ ਕਹਿੰਦਾ ਰਵੇ ਫਲਾਣੇ ਨੇ ਰੋਟੀ ਨਹੀਂ ਚੋਪੜੀ, ਉਹਨੇ ਮੱਖਣ ਨਹੀਂ ਦਿੱਤਾ, ਉਹਨੇ ਸਬਜ਼ੀ ਨਹੀਂ ਚੰਗੀ ਦਿੱਤੀ, ਦੁੱਧ ਨਹੀਂ ਦਿੱਤਾ। ਕਹਿੰਦੇ ਮੁੜ ਕੇ ਸਰਾਫ ਹੀ ਦਿੰਦੇ ਹੁੰਦੇ ਜੇ ਤੇਰੇ ਵਰਗੇ ਸਾਧੂ ਬਣ ਜਾਣ। ਜੇ ਤਿਆਗੀ ਬਣਨਾ ਤਾਂ ਉਸ ਮਹਾਤਮਾ ਵਰਗਾ ਬਣ। ਵੇਖ 7 ਦਿਨਾਂ ਦਾ ਭੁੱਖਾ ਸੀ, 8ਵੇਂ ਦਿਨ ਆਪ ਭੋਜਨ ਛਕਣ ਗਏ ਨੂੰ ਵੀ ਨਹੀਂ ਮਿਲਿਆ, ਫੇਰ ਵੀ ਸੰਤੋਖੀ ਰਿਹਾ, ਕਿਸੇ ਨੂੰ ਬੁਰਾ ਭਲਾ ਨਹੀਂ ਉਸਨੇ ਕਿਹਾ। ਜੇ ਤਿਆਗੀ ਬਣਨਾ ਤਾਂ ਇਹੋ ਜਿਹਾ ਬਣਾ। ਸੁਣ ਕਰ ਨਿਮਰ ਦੂਤ ਦਵੈ ਹੋਈ। ਤੇ ਮਹਾਰਾਜ ਕਹਿੰਦੇ ਜਦੋਂ ਉਸ ਮਹਾਤਮਾ ਦੇ ਕੋਲੋਂ ਉਹਨਾਂ ਦੂਤਾਂ ਨੇ ਸੁਣਿਆ ਤਾਂ ਦੋਵੇਂ ਕਹਿੰਦੇ ਹੱਥ ਜੋੜ ਕਰਕੇ ਉਹਦੇ ਅੱਗੇ ਨਿਵੇਂ ਕੇ ਨਮਸਕਾਰਾਂ ਕਰਨ ਲੱਗ ਪਏ। ਵਿਦਾ ਹੋਏ ਪਹੁੰਚੇ ਦਰਬਾਰ। ਆ ਸਾਧੂ ਕੋਲੋਂ ਵਿਦਿਆ ਹੋ ਕੇ ਪਰਮੇਸ਼ਰ ਦੇ ਦਰਬਾਰ ਵਿੱਚ ਪਹੁੰਚ ਗਏ। ਉਹਦੀਆਂ ਸ਼ਕਤੀਆਂ ਹੀ ਆਈਆਂ ਸਨ ਰੂਪ ਧਾਰ ਕੇ। ਮਹਾਰਾਜ ਸੰਗ ਸਕਲ ਉਚਾਰ। ਮਹਾਰਾਜ ਦੇ ਨਾਲ ਸਾਰੀ ਮਹਾਤਮਾ ਦੀ ਗੱਲਬਾਤ ਜਾ ਕੇ ਦੱਸੇ। ਪਰਚਿਓ ਸੱਚ ਪਰਚੇ ਵਿੱਚ ਸੱਚਾ। ਮਹਾਰਾਜ ਉਹ ਤਾਂ ਸਾਧੂ ਸੱਚਾ ਹੈ, ਉਹਦਾ ਸੱਚੇ ਪਰਚੇ ਦੇ ਵਿੱਚ ਪਿਆ। ਤੁਹਾਡੇ ਕਹਿਣ ਮੁਤਾਬਕ ਅਸੀਂ ਪਰਖਣ ਗਏ ਸੀ ਵੀ ਭਲਾ ਇਹ ਕਹਿੰਦਾ ਵੀ ਚਲੋ ਉਹਦਾ ਘਰ ਸਾੜੀਏ ਜਿਹਨੂੰ ਮੈਨੂੰ ਰੋਟੀ ਨਹੀਂ ਦਿੱਤੀ, ਪਰ ਉਹ ਤਾਂ ਕਹਿੰਦਾ ਨਾ, ਉਹ ਤਾਂ ਬੜਾ ਭਲਾ ਪੁਰਖ ਹੈ, ਉਹਨੇ ਤੇ ਕਈਆਂ ਦੇ ਮੂੰਹ ਵਿੱਚ ਬੁਰਕੀਆਂ ਪਾਈਆਂ, ਜੇ ਮੈਨੂੰ ਭੋਜਨ ਨਹੀਂ ਮਿਲਿਆ ਤੇ ਫਿਰ ਕੀ ਹੈ। ਮਹਾਰਾਜ ਉਹ ਸੱਚਾ ਸਾਧੂ ਮਹਾਤਮਾ ਸੱਚੇ ਪ੍ਰੇਮ ਪਿਆਰ ਵਿੱਚ ਪਰਚਿਆ ਤੁਹਾਡੇ। ਭਇਓ ਸੰਤੋਖ ਉਹ ਬਾਚ ਨ ਜਾਚਾ। ਉਹਨੇ ਸੰਤੋਖ ਧਾਰਨ ਕੀਤਾ ਹੋਇਆ ਇਹ, ਤੇ ਸੰਤੋਖ ਧਾਰ ਕੇ ਗਿਆ ਸੀ, ਇਸ ਕਰਕੇ ਕਹਿ ਕੇ ਮੰਗਿਆ ਨਹੀਂ, ਉਹਨੇ ਦਿੱਤਾ ਨਹੀਂ ਤੇ ਫਿਰ ਚੁੱਪ ਕਰਕੇ ਵਾਪਸ ਆ ਗਿਆ। ਕਰਤਾ ਪੁਰਖ ਮਹਾਨ
ਪ੍ਰਸੰਨ। ਇਹ ਸੁਣ ਕੇ ਉਹਨਾਂ ਸ਼ਕਤੀਆਂ ਕੋ ਦੂਤਾਂ ਕੋ ਗੱਲ ਵਾਹਿਗੁਰੂ ਜੀ ਬੜੇ ਪ੍ਰਸੰਨ ਹੋਏ। ਗੁਣ ਸੰਤੋਖ ਆਦ ਮਨ ਮੰਨੇ। ਕਿ ਭਈ ਧਨ ਹੈ ਤਪਸਵੀ ਜਿਨੇ ਸਤ ਸੰਤੋਖ ਆਦ ਗੁਣ ਆਪਣੇ ਅੰਦਰ ਧਾਰਨ ਕੀਤੇ ਹਨ, ਮੰਨੇ ਹਨ। ਪਾਠ ਵਿਵਾਨ ਕੋ ਨਿਕਟ ਬੁਲਾਇਓ। ਪਾਠ ਵਿਵਾਨ ਕੋ ਨਿਕਟ ਬੁਲਾਇਓ, ਕਹਿੰਦੇ ਵਿਵਾਨ ਭੇਜ ਕੇ ਉਸ ਮਹਾਤਮਾ ਨੇ ਜਦੋਂ ਸਰੀਰ ਛੱਡਿਆ ਤਾਂ ਆਪਣੇ ਕੋਲ ਸੱਦ ਲਿਆ। ਆਪਨ ਲੋਕ ਮੈਂ ਭਲੇ ਬਸਾਇਓ। ਤੇ ਸੱਚਖੰਡ ਦੇ ਵਿੱਚ ਉਸ ਮਹਾਤਮਾ ਨੂੰ ਗੁਰੂ ਕਲਗੀਧਰ ਸਾਹਿਬ ਕਹਿੰਦੇ ਏਦਾਂ ਚੰਗੀ ਤਰ੍ਹਾਂ ਵਸਾਤਾ ਫਿਰ ਲਿਆ ਕੇ। ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਇਹਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੇਦ ਭਲੇ ਉਪਦੇਸ਼। ਬੜਾ ਹੀ ਭਲਾ ਕਹਿੰਦੇ ਵੀ ਉਪਦੇਸ਼ ਦੇ ਰਹੇ ਨੇ, ਦੱਸ ਰਹੇ ਹਨ ਭਾਈ ਆਨੰਦ ਸਿੰਘ ਨੂੰ ਵੀ ਜੇ ਤਿਆਗੀ ਬਣਨਾ ਹੈ ਤਾਂ ਕਿਹੋ ਜਿਹਾ ਬਣਨਾ ਚਾਹੀਦਾ। ਆਨੰਦ ਸਿੰਘ ਸੰਗ ਆਨੰਦ ਸੁਣ। ਮਹਾਰਾਜ ਕਹਿੰਦੇ ਹੇ ਬੇਟਾ ਆਨੰਦ ਸਿੰਘ, ਆਨੰਦ ਦੇ ਨਾਲ ਧਿਆਨ ਦੇ ਕੇ ਸਾਡਾ ਬਚਨ ਸੁਣ। ਇਹ ਮਗ ਲੱਖ ਦਰਵੇਸ਼। ਦਰਵੇਸ਼ਾਂ ਦਾ ਰਾਹ ਹੁੰਦਾ ਹੀ, ਜਿਵੇਂ ਤੂੰ ਕਹਿੰਦਾ ਨਾ ਵੀ ਮੈਂ ਘਰ ਘਾੜ ਪਰਿਵਾਰ ਛੱਡ ਕੇ ਜਾਣਾ, ਕਹਿੰਦੇ ਜੇ ਇਦਾਂ ਦਾ ਸਾਧੂ ਬਣਨਾ ਤਾਂ ਫੇਰ ਸਾਧੂ ਬਣੇ। ਵਿਵੇਕ ਸੰਤੋਖ ਰੱਖਣਾ ਪੈਂਦਾ ਹੈ, ਜੇ ਕੁਝ ਮਿਲ ਗਏ ਤੇ ਛਕ ਲਿਆ, ਜੇ ਨਾ ਮਿਲਿਆ ਤੇ ਤਾਂ ਵੀ ਵਾਹਿਗੁਰੂ ਦੇ ਸ਼ੁਕਰ ਵਿੱਚ ਰਹਿਣਾ ਪੈਂਦਾ ਹੈ। ਭਾਈ ਬ੍ਰਿਕਤ ਹੋਣ ਕੀ ਚਿਤ ਮਹਿ ਤੋਰੇ। ਜੇ ਤੇਰੇ ਚਿੱਤ ਦੇ ਵਿੱਚ ਮਹਾਰਾਜ ਕਹਿੰਦੇ ਆਨੰਦ ਸਿੰਘ ਬੇਟਾ ਵਿਰਕਤ ਸਾਧੂ ਤਿਆਗੀ ਬਣਨ ਦੀ ਇੱਛਾ ਹੈ ਬਨਹੁ ਨ ਕੋਏ ਬਹੋਰੇ। ਤਾਂ ਫਿਰ ਇਦਾਂ ਦਾ ਸਾਧੂ ਬਣੀ ਤੈਨੂੰ ਕੋਈ ਨਹੀਂ ਰੋਕੂਗਾ। ਇਹ ਨਾ ਹੋਵੇ ਵੀ ਇੱਧਰ ਵੀ ਫਸਿਆ ਰਹੇ ਤੇ ਉਧਰ ਵਿਚਕਾਏ ਜੇ ਫਸਿਆ ਰਹੇ ਮੁੜ ਕੇ ਲੋਕਾਂ ਨੂੰ ਸ਼ਰਾਫ ਦਿੰਦਾ ਫਿਰੇ। ਪੰਥ ਦੂਸਰ ਲਖ ਲਈ। ਦੂਜਾ ਰਾਹ ਮਹਾਰਾਜ ਕਹਿੰਦੇ ਗ੍ਰਸਤ ਦਾ ਹੈ। ਪਹਿਲਾਂ ਤੈਨੂੰ ਤਿਆਗੀ ਕਿਹੋ ਜਿਹਾ ਹੋਣਾ ਉਹ ਦੱਸਦਾ, ਜੇ ਗ੍ਰਸਤੀ ਬਣਨਾ ਹੈ ਤਾਂ ਉਹ ਵੀ ਤੈਨੂੰ ਦੱਸਦੇ ਹਾਂ। ਜੇਕਰ ਬੋ ਹੋਏ ਸਕਲ ਸੁਨੀਜੈ। ਜੇ ਤੂੰ ਕਹਿੰਦੇ ਵੀ ਗ੍ਰਸਤੀ ਵੀ ਬਣਨਾ ਹੈ ਨਾ, ਜੇ ਕਰਬੋ ਹੋਏ ਸ਼ਕਲ ਸੁਨੀਜੈ। ਗ੍ਰਸਤੀ ਦੇ ਕਰਨ ਵਾਲੀ ਕਿਹੜੀ ਗੱਲ ਹੁੰਦੀ ਹੈ, ਗ੍ਰਸਤੀ ਦੇ ਕਰਨ ਯੋਗ ਜੋ ਕੰਮ ਹੁੰਦਾ ਉਹ ਵੀ ਸਾਰਾ ਮਹਾਰਾਜ ਕਹਿੰਦੇ ਤੂੰ ਸੁਣ ਲਾ। ਸ੍ਰੀ ਮੁਖ ਵਾਕ ਨੱਕ ਨੱਥ ਖਸਮ ਹੱਥ। ਪਾਤਸ਼ਾਹ ਕਹਿੰਦੇ ਇਦਾਂ ਦਾ ਭਰੋਸਾ ਰੱਖਣਾ ਹੈ ਵੀ ਸਾਡੇ ਨੱਕ ਦੇ ਵਿੱਚ ਵਾਹਿਗੁਰੂ ਨੇ ਨਕੇਲ ਪਾਈ ਹੈ ਤੇ ਉਹਦੀ ਜਿਹੜੀ ਡੋਰ ਹੈ ਉਹ ਵਾਹਿਗੁਰੂ ਦੇ ਹੱਥ ਵਿੱਚ ਹੈ। ਕਿਰਤ ਧੱਕੇ ਦੇ। ਜਿੱਦਾਂ ਦੇ ਕੋਈ ਪਿਛਲੇ ਕੀਤੇ ਕਰਮ ਹਨ ਉਹ ਸਾਨੂੰ ਧੱਕਾ ਦੇ ਕੇ ਤੋਰਦੇ ਨੇ, ਕਦੀ ਕਿਸੇ ਦੇਸ਼ ਕਦੀ ਕਿਤੇ ਸ਼ਹਿਰ ਦੇ ਵਿੱਚ। ਜਹਾਂ ਦਾਣੇ ਤਹਾਂ ਖਾਣੇ। ਜਿੱਥੇ ਵੀ ਪਰਮੇਸ਼ਰ ਨੇ ਸਾਡੇ ਕਰਮਾਂ ਦੇ ਦਾਣੇ ਕਹਿੰਦੇ ਵੀ ਖਿਲਾਰ ਦਿੱਤੇ ਉੱਥੇ ਜਾ ਕੇ ਖਾਣੇ ਹੀ ਪੈਂਦੇ ਹਨ। ਨਾਨਕਾ ਸੱਚ ਹੈ। ਸਾਹਿਬ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਸੱਚਾ ਬਚਨ ਹੈ। ਇਸ ਪ੍ਰਕਾਰ ਦੇ ਨਾਲ ਇਹ ਨਾ ਆਖੇ ਵੀ ਮੈਂ ਉੱਥੇ ਕੰਮ ਤੇ ਲਾਤਾ। ਇਹ ਤਾਂ ਕੋਈ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਿਹਾ ਹੁੰਦਾ ਕਮਾਈ ਕਰਨ, ਕੋਈ ਉਸੇ ਸ਼ਹਿਰ ਤੋਂ ਇਸ ਸ਼ਹਿਰ ਦੇ ਵਿੱਚ ਆ ਰਿਹਾ ਹੁੰਦਾ। ਇਹ ਤਾਂ ਮਹਾਰਾਜ ਕਹਿੰਦੇ ਦਾਣੇ ਖਿਲਾਰੇ ਆ। ਜੇ ਗ੍ਰਸਤੀ ਬਣਨਾ ਤਾਂ ਕੰਮ ਕਰਨ ਦੇ ਲਈ ਕਈ ਪਾਸੇ ਜਾਣਾ ਪੈਣਾ, ਤੇ ਗ੍ਰਸਤੀ ਬਣ ਕੇ ਵੀ ਇਹੀ ਭਰੋਸਾ ਰੱਖੇ ਵੀ ਵਾਹਿਗੁਰੂ ਜਿੱਥੇ ਭੇਜਦਾ ਉੱਥੇ ਜਾਈਦਾ। ਭਾਣਾ ਮੰਨੇ ਹੁਕਮ ਰਜ਼ਾ। ਭਾਣਾ ਮੰਨੇ ਵਾਹਿਗੁਰੂ ਦਾ ਹੁਕਮ ਮੰਨੇ, ਉਹਦੀ ਰਜ਼ਾ ਵਿੱਚ ਰਾਜੀ ਰਹੇ। ਆਪੇ ਪੱਟੀ ਕਲਮ ਆਪ। ਇਸ ਤਰ੍ਹਾਂ ਜਾਣੇ ਵੀ ਆਪ ਹੀ ਪੱਟੀ ਹੈ। ਪਹਿਲਾਂ ਤਖਤੀਆਂ ਤੇ ਲਿਖਦੇ ਹੁੰਦੇ ਸਨ, ਕਹਿੰਦੇ ਪਰਮੇਸ਼ਰ ਤਖਤੀ ਰੂਪ ਵੀ ਆਪ ਹੈ ਤੇ ਲਿਖਣ ਵਾਲਾ ਕਲਮ ਰੂਪ ਵੀ, ਉਹ ਜਿਹਦੇ ਨਾਲ ਲਿਖਿਆ ਜਾਂਦਾ ਉਹ ਕਲਮ ਵੀ ਆਪ ਹੀ ਹੈ। ਲਿਖਣਹਾਰਾ ਆਪ ਤੇ ਲਿਖਣ ਵਾਲਾ ਲਕਾਰੀ ਵੀ ਪਰਮੇਸ਼ਰ ਆਪ ਹੈ। ਦੂਜਾ ਹੋਏ ਤਾਂ ਆਖੀਐ। ਜੇ ਕੋਈ ਲਿਖਣ ਵਾਲਾ ਕਰਮਾਂ ਨੂੰ ਦੂਜਾ ਹੋਵੇ ਫੇਰ ਤਾਂ ਕਹੀਏ ਵੀ ਇਹ ਗਲਤ ਗੱਲ ਹੈ। ਸਭ ਘਟ ਰਹਿਆ ਵਿਆਪ। ਉਹ ਪਰਮੇਸ਼ਰ ਆਪ ਹੀ ਸਭ ਘਟਾਂ ਦੇ ਵਿੱਚ ਵਿਆਪ ਰਿਹਾ ਹੈ। ਜਿਵੇਂ ਗੁਰਬਾਣੀ ਦੇ ਵਿੱਚ ਵੀ ਮਹਾਰਾਜ ਕਹਿੰਦੇ ਹੁੰਦਾ ਨਾ ਦ੍ਰਿਸ਼ਟਾਂਤ ਵੀ ਭਾਣਾ ਮੰਨੇ ਸੋ ਸੁਖ ਪਾਏ। ਜਿਹੜਾ ਭਾਣਾ ਮੰਨਦਾ ਗ੍ਰਸਤੀ ਹੋ ਕੇ ਉਹ ਸੁਖ ਪਾਉਂਦਾ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਵੀ ਹੁਕਮ ਜਿਹੜਾ ਵਾਹਿਗੁਰੂ ਦੇ ਵਿੱਚ ਚੱਲਣਾ ਹੈ ਨਾ, ਇਹ ਧੁਰੋਂ ਹੀ ਲਿਖਿਆ ਵੀ ਹੁਕਮ ਵਿੱਚ ਚੱਲਣ ਵਾਲਾ ਪ੍ਰਵਾਨ ਹੈ। ਤੇ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਆਪੇ ਪੱਟੀ ਕਲਮੇ ਆਪ ਉੱਪਰ ਲੇਖ ਭੇ, ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਇਹ ਗੁਰਬਾਣੀ ਦੇ ਵੀ ਵਾਕ ਹਨ। ਕਲਗੀਧਰ ਸਾਹਿਬ ਕਹਿੰਦੇ ਜੇ ਗ੍ਰਸਤੀ ਹੋਣਾ ਹੈ ਤਾਂ ਇਹ ਗੱਲ ਧਿਆਨ 'ਚ ਰੱਖੇ ਵੀ ਵਾਹਿਗੁਰੂ ਨੇ ਜੋ ਲਿਖਤਾ ਉਸੇ ਤਰ੍ਹਾਂ ਹੋਵੇਗਾ। ਭਾਈ ਸੁਣ ਸਿੱਖ ਸੁਤ ਸਤ ਗੁਰ ਕਹਿਤ ਐਸੇ। ਕਲਗੀਧਰ ਮਹਾਰਾਜ ਕਹਿੰਦੇ ਹੇ ਸਿੱਖ ਪੁੱਤਰ ਆਨੰਦ ਸਿੰਘ, ਸੁਣ ਤੈਨੂੰ ਉਸੇ ਤਰ੍ਹਾਂ ਦੀ ਉਦਾਹਰਨ ਦੇ ਕੇ ਦੱਸਦੇ ਹਾਂ। ਗ੍ਰਸਤੀ ਹੋਣ ਤਾਂ ਹੋਈ ਹੈ। ਜੇ ਗ੍ਰਸਤੀ ਬਣਨਾ ਏ ਤਾਂ ਇਦਾਂ ਦੇ ਬਣਨਾ ਚਾਹੀਦਾ ਏ। ਉਹਦੇ ਲਈ ਤੈਨੂੰ ਉਦਾਹਰਨ ਦਿੰਨੇ ਹਾਂ ਇੱਕ। ਸਗਨ ਸ਼ਾਮ ਤਰ ਬਨ ਮਹਿ ਆਹ। ਪਾਤਸ਼ਾਹ ਕਹਿੰਦੇ ਵੀ ਇੱਕ ਜੰਗਲ ਦੇ ਵਿੱਚ ਇੱਕ ਬੜੀ ਸੰਘਣੀ ਛਾਂ ਵਾਲਾ ਦਰਖਤ ਹੈਗਾ ਸੀ। ਐਤ ਕਪੋਤ ਕਪੋਤੀ ਤਹਾਂ। ਉਹ ਜਿੱਥੇ ਸੰਘਣੀ ਛਾਂ ਵਾਲਾ
ਜਿਹੜਾ ਬਿਰਛ ਹੈ ਉੱਥੇ ਇੱਕ ਕਬੂਤਰ ਤੇ ਇੱਕ ਕਬੂਤਰੀ ਦੋਵੇਂ ਜੋੜਾ ਰਹਿੰਦੇ ਸਨ। ਬਾਦ ਨਿੜੀਏ ਉਸ ਬਸੈ ਸੁਖਾਰੇ। ਤੇ ਉਸ ਦਰਖਤ ਦੇ ਉੱਤੇ ਬੜਾ ਸੋਹਣਾ ਆਲਣਾ ਬਣਾ ਕਰਕੇ ਦੋਵੇਂ ਜੀ ਕਹਿੰਦੇ ਸੁੱਖਾਂ ਦੇ ਨਾਲ ਵਸਦੇ ਸਨ। ਬਚੇ ਬਸੀ ਜਨ ਕਰ ਪ੍ਰਤਪਾਰੇ। ਉਹ ਆਪਣੇ ਬੱਚੇ ਤੇ ਬੱਚੀਆਂ ਨੂੰ ਕਹਿੰਦੇ ਪੈਦਾ ਕਰਕੇ ਤੇ ਉਹਨਾਂ ਦੀ ਪ੍ਰਤਪਾਲਣਾ ਕਰਦੇ ਸੀ। ਨੇਤੀ ਚੋਗਾ ਚੁੱਕ ਕੇ ਲਿਆ ਕੇ ਦਿੰਦੇ ਸਨ। ਬਰਖਤ ਝਰੀ ਲੱਗੀ ਇੱਕ ਬਾਰੇ। ਬਾਦਸ਼ਾਹ ਕਹਿੰਦੇ ਇੱਕ ਵਾਰ ਦੀ ਗੱਲ ਹੈ ਵੀ ਵਰਖਾ ਇਹੋ ਜਿਹੀ ਹੋਣ ਲੱਗ ਪਈ ਵੀ ਝੜੀ ਲੱਗ ਗਈ, ਕਈ ਦਿਨ ਮੀਂਹ ਪੈਣੋਂ ਨਾ ਹਟਿਆ। ਆਇਓ ਬਦਕ ਲਈਏ ਕਰ ਜਾ। ਜਿਹੜੇ ਜੰਗਲ ਦੇ ਵਿੱਚ ਇਹ ਕਬੂਤਰ ਤੇ ਕਬੂਤਰੀ ਆਪਣਾ ਘਰ ਬਣਾ ਕੇ ਰਹਿੰਦੇ ਸੀ ਨਾ ਬੱਚਿਆਂ ਸਮੇਤ, ਉਧਰ ਮਹਾਰਾਜ ਸਾਹਿਬ ਕਹਿੰਦੇ ਵੀ ਇੱਕ ਸ਼ਿਕਾਰੀ ਜਿਹੜਾ ਸੀ, ਜਿਹੜਾ ਪੰਛੀਆਂ ਨੂੰ ਜਾਲ ਵਿੱਚ ਫਸਾ ਕੇ ਚੋਗਾ ਸੁੱਟ ਕੇ ਚੋਗਾ ਚੁਗਣ ਦੇ ਬਹਾਨੇ ਸ਼ਿਕਾਰੀ ਸ਼ਿਕਾਰ ਖੇਡਦਾ ਸੀ। ਬਿਹੰਗਨ ਹਤਿਓ ਨਹਿ ਕਿਤ ਪਾਏ। ਉਹ ਜੰਗਲ ਦੇ ਵਿੱਚ ਪੰਛੀਆਂ ਦਾ ਸ਼ਿਕਾਰ ਕਰਨ ਵਾਸਤੇ, ਪੰਛੀਆਂ ਨੂੰ ਫੜਨ ਵਾਸਤੇ ਕਹਿੰਦੇ ਆ ਗਿਆ ਤੇ ਪਰ ਸਾਰਾ ਦਿਨ ਕਹਿੰਦੇ ਫਿਰਦਾ ਤੁਰਦਾ ਰਿਹਾ, ਕੋਈ ਪੰਛੀ ਉਹਨੇ ਮਾਰਿਆ ਨਾ। ਚੋਗਾ ਖਿਲਾਰਦਾ ਸੀ, ਜਿੱਥੇ ਕੋਈ ਪੰਛੀ ਚੋਗਾ ਚੁਗਦੇ ਤੇ ਉਹਦੇ ਉੱਤੇ ਜਾਲ ਜਿਹਾ ਪਾ ਕੇ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਖਾਂਦਾ ਸੀ। ਮਹਾਰਾਜ ਕਹਿੰਦੇ ਵੀ ਉਹ ਸ਼ਿਕਾਰੀ ਜਿਹੜਾ ਉਧਰ ਆ ਗਿਆ ਤੇ ਕੋਈ ਪੰਛੀ ਨਾ ਉਹ ਫੜ ਸਕਿਆ। ਪ੍ਰਮਤ ਸ਼ੂਸ਼ਾ ਤਹਿ ਆਇਓ। ਇਧਰ ਜੰਗਲ ਦੇ ਵਿੱਚ ਟੱਕਰਾਂ ਮਾਰਦਿਆਂ ਭਰਮਦਿਆਂ ਖਾਲੀ ਹੀ ਕਹਿੰਦੇ ਵੀ ਇਹ ਉੱਥੇ ਆ ਕੇ ਖਲੋ ਗਿਆ। ਸ਼ੀਤ ਲੱਗੇ ਜਲ ਬਾਉ। ਹਾਂ, ਇਹਦਾ ਸਰੀਰ ਕੰਬ ਰਿਹਾ ਸੀ, ਠੰਡ ਦੇ ਦਿਨ ਸਨ, ਠੰਡੀ ਹਵਾ ਲੱਗ ਰਹੀ, ਉਤੋਂ ਮੀਂਹ ਪੈ ਰਿਹਾ, ਬਸਤਰ ਗਿੱਲੇ ਹੋਏ ਹਨ। ਸਰ ਤਰੇ ਰਹਿਓ ਠਹਿਰਾਓ। ਜਿਸ ਸੰਘਣੇ ਦਰਖਤ ਦੇ ਉੱਪਰ ਕਬੂਤਰ ਤੇ ਕਬੂਤਰੀ ਆਪਣਾ ਘਰ ਬਣਾ ਕੇ ਰਹਿੰਦੇ ਸਨ, ਮਹਾਰਾਜ ਕਹਿੰਦੇ ਵੀ ਮੀਂਹ ਤੋਂ ਬਚਣ ਲਈ ਵੀ ਚਲੋ ਕਿਣਮਿਣ ਜੀ ਹੋਈ ਜਾਂਦੀ ਹੈ ਤੇ ਦਰਖਤ ਦੇ ਹੇਠਾਂ ਥੋੜਾ ਮੀਂਹ ਸਿੱਧਾ ਨਾ ਪਊਗਾ, ਉਹ ਦਰਖਤ ਦੇ ਹੇਠਾਂ ਆਪਣਾ ਬਚਾਅ ਕਰਨ ਵਾਸਤੇ ਆ ਕੇ ਠਹਿਰ ਗਿਆ। ਰਾਤ ਭਈ ਪਰ ਭੁੱਲਿਓ ਰਾਹੋ। ਕਹਿੰਦੇ ਇਹਨੇ ਨੂੰ ਜਦੋਂ ਮੀਂਹ ਹਟਣ ਦੀ ਉਡੀਕ ਕਰਦਿਆਂ ਰਾਤ ਪੈ ਗਈ। ਮੀਂਹ ਤਾਂ ਹਟ ਗਿਆ ਪਰ ਉਹ ਹਨੇਰੇ ਦੇ ਵਿੱਚ ਆਪਣਾ ਘਰ ਦਾ ਰਾਹ ਹੀ ਭੁੱਲ ਗਿਆ। ਉਦਾਸ ਤਰਾਸ ਮਨ ਮਾਹ। ਹਾਂ, ਇੱਕ ਸਾਰੇ ਦਿਨ ਦਾ ਕਹਿੰਦੇ ਭੁੱਖਾ ਹੈ, ਪੰਛੀ ਮਾਰ ਕੇ ਖਾਂਦਾ ਸੀ, ਕੋਈ ਸ਼ਿਕਾਰ ਨਾ ਲੱਭਾ। ਦੂਸਰਾ ਉਦਾਸ ਹੈ ਵੀ ਹੁਣ ਮੈਂ ਘਰੇ ਨਹੀਂ ਪਹੁੰਚ ਸਕਦਾ। ਤੀਸਰਾ ਡਰਦਾ ਹੈ ਵੀ ਕੋਈ ਸ਼ੇਰ ਬਘੇਲਾ ਆ ਕੇ ਨਾ ਮੈਨੂੰ ਮਾਰ ਕੇ ਖਾ ਜਾਵੇ। ਠਰਿਓ ਸੁੰਨ ਹੋਏ ਬੈਠਿਓ ਮੌਨ। ਆ ਕਹਿੰਦੇ ਠੰਡ ਦੇ ਨਾਲ ਇੰਨਾ ਠਰਿਆ ਵੀ ਸਰੀਰ ਸੁੰਨ ਹੋਇਆ ਹੈ ਤੇ ਚੁੱਪ ਕਰਕੇ ਉਸ ਦਰਖਤ ਦੇ ਹੇਠਾਂ ਬੈਠ ਗਿਆ ਜਿੱਥੇ ਕਬੂਤਰ ਤੇ ਕਬੂਤਰੀ ਨੇ ਆਲਣਾ ਬਣਾਇਆ। ਬੋਲਣਾ ਨਿਕਸ ਬਿਲੋਕਿਓ ਤਾਉਨ। ਮਹਾਰਾਜ ਸਾਹਿਬ ਜੀ ਕਹਿੰਦੇ ਉਹਦੇ ਮੂੰਹੋਂ ਕੋਈ ਬੋਲ ਹੀ ਨਹੀਂ ਸੀ ਨਿਕਲ ਰਿਹਾ। ਇਹ ਕਬੂਤਰ ਦੀ ਨਿਗਾਹ ਇਸ ਮਨੁੱਖ ਦੇ ਉੱਤੇ ਪਈ ਜਿਹੜਾ ਸ਼ਿਕਾਰੀ ਹੇਠਾਂ ਬੈਠਾ ਆ ਕੇ। ਉਦੋਂ ਕੁਟੰਬੀ ਕਹੈ ਕਪੋਤ। ਉਹ ਹੁਣ ਘਰ-ਬਾਰੀ ਸੀ, ਗ੍ਰਿਸ਼ਤੀ ਸੀ ਜਿਹੜਾ ਕਬੂਤਰ, ਉਹ ਆਪਣੀ ਘਰਵਾਲੀ ਕਪੋਤੀ ਨੂੰ ਭਾਵ ਕੇ ਕਬੂਤਰੀ ਨੂੰ ਕਹਿਣ ਲੱਗਾ, ਕਪੋਤੀ ਇਸ ਦੁਖ ਹੋਤ। ਹਾਂਜੀ, ਸੁਣੋ ਕਪੋਤੀ ਇਸ ਦੁਖ ਹੋਤ। ਉਂਝ ਭਾਵੇਂ ਸਾਧ ਸੰਗਤ ਉਹ ਕਬੂਤਰ ਕਬੂਤਰੀ ਉਹਨਾਂ ਦੀਆਂ ਗੱਲਾਂ ਤਾਂ ਆਪਾਂ ਕੀ ਸੁਣ ਸਕਦੇ ਆਂ, ਇਹ ਤਾਂ ਕੋਈ ਉਹਨਾਂ ਦੀ ਬੋਲੀ ਜਾਣਨ ਵਾਲੇ ਕਾ ਮਹਾਤਮਾ ਨੂੰ ਪਤਾ ਹੁੰਦਾ, ਪਰ ਜਿਹੜੀ ਸਾਖੀ ਹੁੰਦੀ ਹੈ ਨਾ ਉਹ ਸਿੱਖਿਆ ਦੇਣ ਵਾਸਤੇ ਹੁੰਦੀ ਹੈ, ਉਦਾਹਰਨ ਦੇ ਕੇ ਸਮਝਾਇਆ ਜਾਂਦਾ। ਹੁਣ ਮਹਾਰਾਜ ਇੱਥੇ ਦੱਸ ਰਹੇ ਵੀ ਗ੍ਰਿਸ਼ਤੀ ਕਿਹੋ ਜਿਹਾ ਹੋਵੇ ਵੀ ਇੱਕ ਸ਼ਿਕਾਰੀ ਹੈ, ਜਦੋਂ ਉਹ ਆ ਕੇ ਠੰਡ ਦਾ ਮਾਰਿਆ ਬੈਠਾ ਇਹਨਾਂ ਦੇ ਘਰ ਦੇ ਦਰਖਤ ਦੇ ਹੇਠਾਂ, ਤਾਂ ਕਬੂਤਰ ਉਹਨੂੰ ਵੇਖ ਕੇ ਕਹਿਣ ਲੱਗਾ ਵੀ ਹੇ ਕਬੂਤਰੀ, ਹੇ ਘਰ ਵਾਲੀ, ਆ ਜਿਹੜਾ ਕੋਈ ਮਨੁੱਖ ਆ ਕੇ ਬੈਠਾ ਨਾ ਆਪਣੇ ਰੁੱਖ ਦੇ ਹੇਠਾਂ, ਇਹ ਬੜਾ ਦੁਖੀ ਹੋ ਰਿਹਾ ਏ। ਖਾਗ ਗ੍ਰਸਤੀ ਹਮਰੇ ਅਰਤੰਗੀ। ਹਾਂ, ਕਿਉਂਕਿ ਖਾਗ, ਹਾਂਜੀ, ਖਾਗ ਗ੍ਰਸਤੀ ਹਮਰੇ ਅਰਤੰਗੀ। ਹਾਂ, ਕਹਿਣ ਲੱਗੇ ਵੀ ਖਾਗ ਗ੍ਰਸਤੀ ਹਮਰੇ ਅਰਧੰਗੀ, ਹੈ ਅਰਧਾਂਗਣੀ, ਹੈ ਮੇਰੀ ਘਰ ਵਾਲੀਏ, ਵੀ ਆਪਾਂ ਹੈਗੇ ਤਾਂ ਭਾਵੇਂ ਪੰਛੀ ਆ ਪਰ ਗ੍ਰਸਤੀ ਆ, ਤੇ ਗ੍ਰਸਤੀਆਂ ਦੀ ਮਰਿਆਦਾ ਹੈ ਵੀ ਜਿਹੜਾ ਘਰੇ ਆਵੇ ਉਹਦੀ ਸੇਵਾ ਕਰਨੀ, ਤੇ ਇਹ ਸਾਡੇ ਘਰੇ ਹੀ ਆਇਆ ਇੱਕ ਹਿਸਾਬ ਨਾਲ। ਆਇਓ ਅਭਿਆਗਤ ਨਰ ਅੰਗੀ। ਇਹ ਨਾਰੇ ਅੰਗੀ ਮਨੁੱਖਾਂ ਦੇ ਅੰਗਾਂ ਵਾਲਾ ਇਹ ਮਨੁੱਖ, ਇਸ ਅਭਿਆਗਤ, ਇਹ ਲੋੜਵੰਦ, ਇਹ ਸਾਧੂ ਕਹਿੰਦੇ ਵੀ ਸਾਡੇ ਘਰ ਵਿੱਚ ਆਣ ਉਤਰਿਆ ਜਿਹੜਾ ਰੁੱਖ ਦੇ ਹੇਠਾਂ ਬੈਠਾ ਹੈ। ਬੈਠਿਓ ਆਏ ਨਕੇਤ ਹਮਾਰੇ। ਇਸ ਕਰਕੇ ਕਬੂਤਰ ਕਬੂਤਰੀ ਨੂੰ ਕਹਿੰਦਾ ਵੀ ਹੇ
ਘਰ ਵਾਲੀਏ ਇਹ ਸਾਡੇ ਘਰ ਦੇ ਵਿੱਚ ਲੋੜਵੰਦ ਆ ਕਰਕੇ ਇਸ ਵੇਲੇ ਬੈਠਾ ਹੋਇਆ ਏ। ਗ੍ਰਸਤੀ ਧਰਮ ਸੋ ਦੇਹ ਆਹਾਰ। ਤੇ ਜਿਹੜੇ ਗ੍ਰਸਤੀ ਹੁੰਦੇ ਆ ਨਾ ਘਰ ਬਾਰੀ, ਉਹਨਾਂ ਦਾ ਧਰਮ ਹੁੰਦਾ ਹੈ ਵੀ ਜਿਹੜਾ ਕੋਈ ਅਭਿਆਗਤ ਕੋਈ ਬਾਹਰੋਂ ਆਵੇ ਤਾਂ ਉਹਨੂੰ ਛਕਣ ਛਕਾਉਣ ਦੇ ਲਈ ਜ਼ਰੂਰ ਕੋਈ ਦੇਣਾ ਚਾਹੀਦਾ ਹੈ। ਖਾਨ ਪਾਨ ਵਿਸਰਾਮੈ ਦੈਬੋ। ਆ ਗ੍ਰਸਤੀਆਂ ਦਾ ਧਰਮ ਹੈ ਵੀ ਉਹਨੂੰ ਛਕਣ ਛਕਾਉਣ ਵਾਸਤੇ ਕੁਝ ਦਵੇ, ਠਹਿਰਨ ਦੇ ਵਾਸਤੇ ਕਹਿੰਦੇ ਕੋਈ ਪ੍ਰਬੰਧ ਕਰੇ, ਵਿਸ਼ਰਾਮ ਕਰਾਵੇ। ਸਭ ਕਰਹਿ ਅਤਿਥ ਸੁਧ ਲੈਬੋ। ਗੱਲ ਕੀ ਵੀ ਜਿਹੜਾ ਅਤਿਥੀ ਆ ਗਿਆ, ਅਤਿਥੀ ਉਹ ਪ੍ਰਾਹੁਣਾ ਹੁੰਦਾ ਹੈ ਜਿਹੜਾ ਬਿਨਾਂ ਦੱਸਿਆਂ ਦੇ ਅਚਾਨਕ ਕੋਈ ਲੋੜਵੰਦ ਆ ਜਾਵੇ। ਤੇ ਕਬੂਤਰ ਆ ਜਿਹੜਾ ਸੀ ਉਹ ਕਬੂਤਰੀ ਨੂੰ ਘਰ ਵਾਲੀ ਨੂੰ ਕਹਿੰਦਾ ਏ ਵੀ ਸੁੱਖ ਸਭ ਕਰੈ। ਇਹ ਗ੍ਰਸਤੀ ਦਾ ਫਰਜ਼ ਹੈ ਵੀ ਜਿਹੜਾ ਉਹਦੇ ਘਰੇ ਅਤਿਥੀ ਆਵੇ ਉਹਨੂੰ ਸਭ ਤਰ੍ਹਾਂ ਦੇ ਸੁੱਖ ਦਵੇ, ਉਹਦੀ ਹਰ ਤਰ੍ਹਾਂ ਦੀ ਖਬਰ ਸਾਰ ਲਵੇ। ਖਦ ਤਨ ਹਾਥ ਨ ਦਏ ਵਿਦਾਤਾ। ਭਾਵੇਂ ਸਾਡਾ ਪੰਛੀਆਂ ਵਾਲਾ ਸਰੀਰ ਹੈ ਵੀ ਰੱਬ ਨੇ ਸਾਨੂੰ ਹੱਥ ਤਾਂ ਭਾਵੇਂ ਨਹੀਂ ਦਿੱਤੇ, ਇੱਕ ਚੌਂਚ ਚੋਗ ਚੁਣ ਵੀ ਖਾਤਾ। ਭਾਵੇਂ ਠੀਕ ਹੈ ਵੀ ਕੋ ਚੁੰਝੀ ਆ ਸਾਡੀ ਵੀ ਇਹਦੇ ਨਾਲ ਚੋਗਾ ਚੁਣ ਕੇ ਅਸੀਂ ਖਾਂਦੇ ਤੇ ਗੁਜ਼ਾਰਾ ਕਰਦੇ ਹਾਂ, ਸੁਖ ਦਾਇਨ ਸੁਧ ਇਸ ਕੇਰੇ। ਪਰ ਫੇਰ ਵੀ ਇਹ ਸੁਖਦਾਇਨ, ਇਹ ਸੁਖ ਦੇਣ ਵਾਲੀਏ, ਇਹ ਮੇਰੀ ਘਰ ਵਾਲੀਏ, ਇਹ ਜਿਹੜਾ ਮਨੁੱਖ ਆਇਆ ਹੈ ਨਾ ਆਪਾਂ ਨੂੰ ਇਹਦੀ ਜ਼ਰੂਰ ਸੁੱਧ ਲੈਣੀ ਚਾਹੀਦੀ ਹੈ, ਇਹਦੀ ਖਬਰ ਲੈਣੀ ਚਾਹੀਦੀ ਹੈ। ਸਕਲ ਇਸ ਵੇਲੇ ਆ ਇਸ ਵੇਲੇ ਕਹਿੰਦੇ ਹਰ ਤਰ੍ਹਾਂ ਕਰਕੇ ਵੀ ਜਿਵੇਂ ਇਹਦੀ ਕੋਈ ਠੰਡ ਦੂਰ ਕਰੀਏ, ਇਹਦੀ ਕੋਈ ਭੁੱਖ ਦੂਰ ਕਰੀਏ, ਸਾਨੂੰ ਯਤਨ ਕਰਨਾ ਚਾਹੀਦਾ ਹੈ। ਪਹਿਲੇ ਪਾਵਕ ਦੈ ਹੈ ਇਉਂ ਕਰਦੇ ਆ ਵੀ ਪਹਿਲਾਂ ਕਦੋਂ ਅੱਗ ਲਿਆ ਕੇ ਇਹਨੂੰ ਅੱਗ ਬਾਲ ਕੇ ਦਿੰਦੇ ਆ ਵੀ ਜਿਸ ਕਰਕੇ ਕੰਬ ਰਿਹਾ, ਇਹਦੇ ਹੱਥ ਪੈਰ ਠਰੂ ਠਰੂ ਕਰਦੇ ਵੀ ਇਹਦੀ ਠੰਡ ਦੂਰ ਹੋਵੇ। ਜਿਸ ਸੀਤ ਸਰੀਰ ਹੈ ਨਸੇ। ਜਿਸ ਅੱਗ ਨੂੰ ਕਹਿੰਦੇ ਬਾਲ ਕੇ ਸੇਕ ਕੇ ਤੇ ਇਹ ਜਿਹੜਾ ਸਾਡੇ ਘਰੇ ਆਇਆ ਹੈ ਅਭਿਆਗਤ ਪ੍ਰਾਹੁਣਾ, ਇਹਦੇ ਸਰੀਰ ਦੀ ਠੰਡ ਨਾਸ ਹੋ ਜਾਵੇ। ਉਦਮ ਤੇ ਲక్ష్ਮੀ ਹੋਏ ਭਾਉਨ। ਤੇ ਹੁਣ ਰਾਤ ਦਾ ਸਮਾਂ ਹਨੇਰਾ ਸੀ। ਕਬੂਤਰ ਕਹਿੰਦਾ ਵੀ ਜੇ ਆਪਾਂ ਆਖੀਏ ਵੀ ਹੁਣ ਇਸ ਵੇਲੇ ਕਿੱਥੇ ਜਾਵਾਂਗੇ, ਕਿੱਥੋਂ ਲਿਆਵਾਂਗੇ, ਇਹ ਤਾਂ ਕਹਿੰਦੇ ਬਹਾਨੇਬਾਜ਼ੀਆਂ ਨੇ। ਜਿਹੜਾ ਉਦਮ ਕਰਦਾ ਏ ਉਦਮ ਤੇ ਕਹਿੰਦੇ ਲక్ష్ਮੀ ਵੀ ਘਰ ਦੇ ਵਿੱਚ ਆ ਜਾਂਦੀ ਆ। ਜਿਵੇਂ ਬਿਜਲੇ ਹਾਲੇ ਹੋਏ ਪਾਉਣ। ਜਿਵੇਂ ਕੋਈ ਹਵਾ ਨਾ ਵਗਦੀ ਹੋਵੇ ਪਰ ਪੱਖਾ ਜਾ ਲਾਓ ਤਾਂ ਹਵਾ ਵਗਣ ਲੱਗ ਪੈਂਦੀ ਨਾ, ਜਿਵੇਂ ਅਖਾਣ ਹੈ ਵੀ ਉਦਮ ਅੱਗੇ ਲక్ష్ਮੀ ਪੱਖੇ ਅੱਗੇ ਪਾਉਣਾ, ਵੀ ਜਿਹੜਾ ਕੋਈ ਉਦਮ ਕਰਦਾ ਏ ਉਹਨੂੰ ਲక్ష్ਮੀ ਵੀ ਪ੍ਰਾਪਤ ਹੋ ਜਾਂਦੀ ਹੈ। ਤੇ ਜੇ ਪੱਖਾ ਹਲਾਈਏ ਤੇ ਹਵਾ ਆਪੇ ਹੀ ਪੈਦਾ ਹੋ ਜਾਂਦੀ ਹੈ। ਜਿਵੇਂ ਐਵੇਂ ਕਹਿੰਦੇ ਵੀ ਆਪਾਂ ਵੀ ਕੋਈ ਯਤਨ ਕਰੀਏ ਤਾਂ ਕਿਤੇ ਅੱਗ ਤਾਂ ਲੱਭ ਹੀ ਜਾਵੇਗੀ। ਬੋਲਤ ਹੀ ਉੱਡ ਕਰ ਗਏ। ਇਸ ਤਰ੍ਹਾਂ ਕਬੂਤਰ ਜਿਹੜਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦ ਸਿੰਘ ਨੂੰ ਸਾਖੀ ਸੁਣਾ ਰਹੇ ਨੇ। ਕਹਿੰਦੇ ਹੇ ਆਨੰਦ ਸਿੰਘ, ਕਬੂਤਰੀ ਨਾਲ ਗੱਲਾਂ ਕਰਦੇ ਆ ਇਦਾਂ ਕਬੂਤਰ ਅੱਗ ਲੈਣ ਲਈ ਉੱਡ ਕੇ ਚਲਾ ਗਿਆ। ਰਾਮ ਅਗਨ ਤੁਖ ਦੇਖਤ ਭਾਈ। ਆ ਉੱਡਦੇ ਉੱਡਦੇ ਨੇ ਇੱਕ ਨਗਰ ਦੇ ਵਿੱਚ ਕਿਤੇ ਅੱਗ ਧੁਖਦੀ ਵੇਖੀ ਥੋੜੀ। ਮੇਂਗਣ ਆਗ ਸੁਲਗਤੀ ਲੈ। ਤੇ ਉੱਥੋਂ ਇੱਕ ਸੁਲਗਦੀ ਹੋਈ ਮੇਂਗਣ ਭਾਵ ਥੋੜਾ ਜਿਹਾ ਕੋਈ ਕੋਲਾ ਸੀ, ਉਹ ਆਪਣੀ ਚੁੰਝ ਦੇ ਵਿੱਚ ਲੈ ਕਰਕੇ ਭਾਵੇਂ ਕਿ ਚੁੰਝ ਨੂੰ ਵੀ ਉਹਨੂੰ ਦੁੱਖ ਲੱਗਣਾ ਸੀ ਪਰ ਫੇਰ ਵੀ ਸੇਵਾ ਕਰਨ ਦੇ ਲਈ ਸੁਲਗਦੀ ਹੋਈ ਮੇਂਗਣ ਕਬੂਤਰ ਨੇ ਆਪਣੀ ਚੁੰਝ ਵਿੱਚ ਅੜਾ ਲਈ। ਲਿਆਏ ਬਦਕ ਕੇ ਆਗੇ ਦੈਤ। ਤੇ ਜਿੱਥੇ ਉਹ ਦਰਖਤ ਦੇ ਹੇਠਾਂ ਸ਼ਿਕਾਰੀ ਬੈਠਾ ਸੀ, ਉਹ ਜਿਹੜੀ ਮੇਂਗਣ ਉਹ ਸੁਲਗਦਾ ਹੋਇਆ ਕੋਲਾ ਕਹਿੰਦੇ ਵੀ ਉਹਦੇ ਅੱਗੇ ਲਿਆ ਕੇ ਸੁੱਟ ਦਿੱਤਾ। ਆਲਣੇ ਤੇ ਤ੍ਰਿਣ ਗੇਰੇ। ਤੇ ਫਿਰ ਜਿਹੜਾ ਆਲਣਾ ਸੀ ਨਾ, ਜਿਹੜਾ ਉਹਨਾਂ ਨੇ ਘਰ ਬਣਾਇਆ ਸੀ ਕਬੂਤਰ ਤੇ ਕਬੂਤਰੀ ਨੇ, ਸੁੱਕੇ ਤੀਲੇ ਸਨ ਉਹਦੇ ਵਿੱਚ। ਕਹਿੰਦੇ ਉਹਨਾਂ ਨੇ ਉਹ ਆਪਣਾ ਜਿਹੜਾ ਆਲਣਾ ਸੀ ਜਿੱਥੇ ਅੱਗ ਸੁੱਟੀ ਗ੍ਰਸਤੀ, ਉਹ ਜਿਹੜਾ ਥੱਲੇ ਕੋਈ ਸ਼ਿਕਾਰੀ ਬੈਠਾ ਉਹਦੇ ਅੱਗੇ ਕਹਿੰਦੇ ਵੀ ਆਲਣਾ ਵੀ ਆਪਣਾ ਗੇਰਦਾ ਸੁੱਟ ਦਿੱਤਾ। ਤੇ ਜਿਹੜਾ ਬੱਦਕ ਠਰੂ ਠਰੂ ਕਰਦਾ ਮਨੁੱਖ ਰੁੱਖ ਦੇ ਹੇਠਾਂ ਬੈਠਾ ਸੀ, ਉਹਨੇ ਵੇਖਿਆ ਵੀ ਇਹ ਅੱਗ ਵੀ ਆ ਗਈ ਆ, ਵੀ ਕਬੂਤਰ ਸਾਹਮਣੇ ਮੇਰੇ ਸੁੱਟ ਕੇ ਗਿਆ, ਹੁਣ ਇਹਨਾਂ ਨੇ ਆਲਣਾ ਸਿੱਟ ਦਿੱਤਾ। ਉਹਨੇ ਵੇਖ ਕੇ ਸਮਝ ਲਿਆ ਵੀ ਇਹ ਮੇਰੇ ਲਈ ਕਰ ਰਹੇ ਨੇ। ਉਹਨੇ ਕੀ ਕੀਤਾ ਵੀ ਉਹ ਜਿਹੜਾ ਆਲਣਾ ਸੀ ਉਹ ਕੋਲੇ ਤੇ ਰੱਖ ਕੇ ਫੂਕਾਂ ਫਾਕਾਂ ਮਾਰ ਕੇ ਤੇ ਅੱਗ ਬਾਲ ਲਈ। ਜੰਗਲ ਦਾ ਇਲਾਕਾ ਸੀ, ਇੱਧਰੋਂ ਉੱਧਰੋਂ ਕਹਿੰਦੇ ਹੋਰ ਵੀ ਜਿਹੜੀਆਂ ਕੋਈ ਸੁੱਕੀਆਂ ਲੱਕੜਾਂ ਰੁੱਖਾਂ ਦੇ ਹੇਠਾਂ ਲੱਭ ਲਭਾ ਕੇ ਲੈ ਆਇਆ। ਹਾਂ, ਸੁੱਕਾ ਆਲਣਾ ਸੀ, ਜਦੋਂ ਉਹਨੂੰ ਹਵਾ ਦੇ ਫੂਕ ਮਾਰੀ, ਹਵਾ ਦਿੱਤੀ ਉੱਤੇ ਹੋਰ ਜਿਹੜੀਆਂ ਸਲਾਬੀਆਂ ਜੀਆਂ ਲੱਕੜਾਂ ਰੱਖੀਆਂ ਤੇ ਮਹਾਰਾਜ ਕਹਿੰਦੇ ਵੀ ਉਸ ਸ਼ਿਕਾਰੀ ਨੇ ਬਹੁਤ ਭਾਂਬੜ ਮਚਾ ਲਏ, ਚੰਗੀ ਅੱਗ ਬਲਣ ਲੱਗ ਪਏ। ਪਰ ਭੁੱਖਾ ਰਹੇ। ਉਹ ਅੱਗ ਬਲਣ ਦਾ ਸਦਕਾ ਇਹ ਹੋਇਆ ਵੀ ਜਿਹੜਾ ਠਰੂ ਠਰੂ ਕਰਦਾ ਸੀ ਨਾ ਸ਼ਿਕਾਰੀ, ਕਹਿੰਦੇ ਵੀ ਅੱਗ ਸੇਕਣ ਦੇ ਨਾਲ ਉਹਦੀ ਠੰਡ ਤਾਂ ਚਲੇ ਗਈ ਪਰ ਭੁੱਖ ਦਾ ਕਰਕੇ ਉਹ ਦੁਖੀ ਰਿਹਾ। ਦੇਖ ਕਪੋਤ
ਬਾਤ ਤਬ ਕਹਿਓ। ਤੇ ਜਿਹੜਾ ਕਬੂਤਰ ਸੀ ਨਾ, ਉਹਨੇ ਜਦੋਂ ਵੇਖਿਆ ਨਾ ਵੀ ਇਹਦੀ ਠੰਡ ਤਾਂ ਦੂਰ ਹੋ ਗਈ ਹੈ ਪਰ ਭੁੱਖ ਦਾ ਸਤਾਇਆ ਹਾਲਾਂ, ਉਸ ਵੇਲੇ ਮਹਾਰਾਜ ਕਹਿੰਦੇ ਆਪਣੀ ਘਰ ਵਾਲੀ ਨੂੰ, ਕਬੂਤਰੀ ਨੂੰ ਕਹਿਣ ਲੱਗਾ, ਹੇ ਘਰ ਕੀ ਸਰਦਾਰਨ ਸੁਣੋ। ਹੇ ਘਰ ਦੀ ਸਰਦਾਰਨ, ਹੇ ਮੇਰੀ ਘਰ ਵਾਲੀਏ ਸੁਣਨਾ ਕਰ। ਬਾਲ ਬੱਚੇ ਪਾਲੋ ਸੁਖ ਸਨੋ। ਤੇ ਮੇਰੀ ਇਹ ਹੁਣ ਤੈਨੂੰ ਹਦਾਇਤ ਦੀ ਵੀ ਤੂੰ ਬਾਲ ਬੱਚੇ ਨੂੰ ਸੁੱਖ ਦੇ ਨਾਲ ਮਗਰੋਂ ਪਾਲੀ। ਹੁਣ ਜਿਹੜੇ ਆਪਣੇ ਬੱਚੇ ਆ ਇਹਨਾਂ ਦਾ ਖਿਆਲ ਰੱਖੀ, ਸਮਾਣੋ ਹਿਤ ਅਲਪ ਆਹਾਰ। ਕਿਉਂਕਿ ਆ ਜਿਹੜਾ ਮਨੁੱਖ ਆਪਣੇ ਘਰੇ ਆਇਆ ਬੈਠਾ ਹੈ ਨਾ, ਵੀ ਇਹ ਬੜਾ ਭੁੱਖਾ ਏ ਤੇ ਇਹਦੇ ਛਕਣ ਦੇ ਲਈ ਥੋੜਾ ਜਿਹਾ ਭੋਜਨ ਇਹਨੂੰ ਖਾਣ ਨੂੰ ਮਿਲੇ, ਕੋਈ ਆਸਰਾ ਹੋਵੇ। ਦੇਉ ਸਰੀਰ ਆਪਨ ਇਸ ਆ ਬਾਤ। ਜਿਹੜੀ ਅੱਗ ਬਲ ਰਹੀ ਆ, ਮੈਂ ਇਹਦੇ ਵਿੱਚ ਆਪਣਾ ਸਰੀਰ ਸੁੱਟ ਕੇ ਤਾਂ ਇਹ ਸ਼ਿਕਾਰੀ ਦੇ ਖਾਣ ਵਾਸਤੇ ਦਾ ਮੈਂ ਭੋਜਨ ਬਣ ਜਾਵਾਂਗਾ। ਭਾਵ ਮੈਂ ਆਪਣੇ ਪ੍ਰਾਣ ਤਿਆਗਣ ਲੱਗਾ ਏ ਤਾਂ ਮੇਰੇ ਮਗਰੋਂ ਇਹ ਕਬੂਤਰੀ, ਇਹ ਘਰ ਦੀ ਸਰਦਾਰਨੀ, ਇਹ ਬੱਚਿਆਂ ਦਾ ਖਿਆਲ ਰੱਖੀ। ਕਹੇ ਕਪੋਤੀ ਧਰਮ ਸੋ ਮੇਰਾ। ਤੇ ਮਹਾਰਾਜ ਕਹਿੰਦੇ ਜਦੋਂ ਕਬੂਤਰ ਨੇ ਆਨੰਦ ਸਿੰਘ ਬੱਚੇ ਇਦਾਂ ਕਿਹਾ ਤਾਂ ਅੱਗੋਂ ਕਬੂਤਰੀ ਸੁਣ ਕੇ ਕਹਿੰਦੀ ਵੀ ਹੇ ਸੁਆਮੀ ਜੀ, ਆ ਜਿਹੜਾ ਧਰਮ ਹੈ ਨਾ ਆਪਾਂ ਕੁਰਬਾਨ ਕਰਨਾ, ਇਹ ਤਾਂ ਮੇਰਾ ਫਰਜ਼ ਬਣਦਾ ਏ। ਦੇਉ ਆਹਾਰ ਆਪਨ ਤਨ ਤੇ ਕੇਰਾ। ਫਿਰ ਕੀ ਹੈ ਵੀ ਜੇ ਮਨੁੱਖ ਸਾਡੇ ਘਰੇ ਆਇਆ ਏ, ਜੇ ਭੁੱਖਾ ਏ ਤਾਂ ਇਹਦਾ ਆਹਾਰ ਮੈਂ ਆਪਣਾ ਸਰੀਰ ਦੇ ਕੇ ਬਣ ਜਾਵਾਂਗੀ, ਇਹਦੀ ਭੁੱਖ ਮੈਂ ਆਪਣਾ ਤਨ ਦੇ ਕੇ ਦੂਰ ਕਰਾਂਗੀ। ਦੋਹਰਾ ਨਾਰੀ ਨਰਕ ਸਰੀਰ ਹੈ। ਕਿਉਂਕਿ ਔਰਤ ਦਾ ਸਰੀਰ ਉਦੋਂ ਨਰਕ ਹੀ ਬਣ ਜਾਂਦਾ ਬਿਨਾ ਹੈ ਪੁਰਖ ਕੇ ਕਾਮ। ਜੇ ਪੁਰਖ ਉਹਦੇ ਸਿਰ ਦਾ ਸਾਈਂ ਉਹਦੇ ਸਿਰੇ ਨਾ ਹੋਵੇ। ਕਹਿੰਦੇ ਜਿਹੜੀ ਪਤੀ ਵਰਤਾ ਔਰਤ ਹੈ, ਉਹ ਪਤੀ ਵਰਤਾ ਔਰਤ ਦਾ ਜੇ ਸਿਰ ਦਾ ਸਾਈਂ ਕਿਸੇ ਕਾਰਨ ਉੱਠ ਜਾਵੇ ਤਾਂ ਉਹ ਕਬੂਤਰੀ ਜਿਹੜੀ ਕਹਿਣ ਲੱਗੀ, ਉਹ ਨਾਰੀ ਦਾ ਜਿਹੜਾ ਸਰੀਰ ਹੈ ਉਹ ਨਰਕਾਂ ਦੀ ਨਿਆਈ ਹੋ ਜਾਂਦਾ, ਉਹ ਦੁਖੀ ਹੁੰਦੀ ਹੈ। ਘਰ ਵਾਲੇ ਤੋਂ ਬਗੈਰ ਇਸਤਰੀ ਦੀ ਕਾਹਦੀ ਜ਼ਿੰਦਗੀ ਹੈ, ਲੋਕਾਂ ਦੇ ਤਾਨੇ ਮਿਹਨੇ ਕਈ ਕੁਝ ਵੇਖਣਾ ਪੈਂਦਾ ਏ। ਸਤਗਤ ਦਾਤਾ ਪੁਰਖ ਹੈ। ਤੇ ਭਾਵੇਂ ਕਿ ਸਾਰੇ, ਹਾਂਜੀ, ਸਤਗਤ ਦਾਤਾ ਪੁਰਖ ਹੈ। ਸਤਗਤ ਦਾਤਾ ਪੁਰਖ ਹੈ। ਕਹਿੰਦੇ ਵੀ ਜਿਹੜੀ ਇਸਤਰੀ ਹੁੰਦੀ ਆ ਨਾ, ਉਹਦਾ ਤੇ ਕਹਿੰਦੇ ਸਦਗਤੀ ਦੇਣ ਵਾਲਾ ਜਿਹੜਾ ਦਾਤਾ, ਉਹ ਤਾਂ ਪੁਰਖ, ਉਹਦਾ ਪਤੀ ਉਹਦੇ ਸਿਰ ਦਾ ਸਾਈਂ ਹੈ। ਅਮਰਨ ਦਾਤਾ ਰਾਮ। ਹਾਂ ਠੀਕ ਆ ਵੀ ਹੋਰ ਸਾਰਿਆਂ ਨੇ ਮੰਨਿਆ ਵੀ ਦਾਤਾ ਰਾਮ ਹੈ, ਪਰ ਜਿਹੜੀ ਔਰਤ ਹੁੰਦੀ ਉਹਦਾ ਦਾਤਾ ਤੇ ਕਹਿੰਦੇ ਉਹਦੇ ਘਰ ਵਾਲਾ ਹੀ ਹੈ ਨਾ। ਤੇ ਘਰ ਵਾਲੇ ਤੋਂ ਬਗੈਰ ਤਾਂ ਜੇ ਤੂੰ ਮਰ ਗਿਆ ਤੇ ਤੇਰੇ ਬਿਨਾ ਤੇ ਮੇਰਾ ਸਰੀਰ ਨਰਕਾਂ 'ਚ ਹੀ ਪਏ ਵਾਂਗ ਦੁਖੀ ਹੋਵੇਗਾ। ਪੁਰਖ ਕਹਿਓ ਘਰ ਤ੍ਰਿਆ ਬਿਨ। ਆਓ ਕਬੂਤਰੀ ਦੇ ਕੋਲੋਂ ਸੁਣ ਕੇ ਤੇ ਕਬੂਤਰ ਕਹਿਣ ਲੱਗਾ ਵੀ ਇਹ ਘਰ ਵਾਲੀ ਜਿਹੜੀ ਔਰਤ ਹੁੰਦੀ ਆ ਨਾ, ਉਹਦੇ ਤੋਂ ਬਗੈਰ ਜਿਹੜਾ ਘਰ ਹੁੰਦਾ ਏ ਨਾ ਰਹੇ ਦੁਆਰ। ਉਹ ਸ਼ੋਭਦਾ ਨਹੀਂ ਹੈ, ਘਰ ਖਾਲੀ ਖਾਲੀ ਸੁੰਨਾ ਰਹਿੰਦਾ ਹੈ। ਘਰ ਦੀ ਸ਼ੋਭਾ ਕਹਿੰਦੇ ਵੀ ਔਰਤ ਕਰਕੇ ਹੀ ਹੈ, ਵੀ ਘਰ ਨੂੰ ਸਵਾਰਨਾ, ਬਣਾਉਣਾ, ਸੋਹਣਾ ਬਣਾਉਣਾ, ਹਰ ਤਰ੍ਹਾਂ ਖਿਆਲ ਰੱਖਣਾ। ਕਹਿੰਦੇ ਵੀ ਔਰਤ ਤੋਂ ਬਗੈਰ ਜਿਹੜਾ ਘਰ-ਬਾਰ ਹੈ ਉਹ ਸ਼ੋਭਾ ਨਹੀਂ ਪਾਉਂਦਾ, ਉਹ ਸੁੰਨਾ ਖਾਲੀ ਖਾਲੀ ਰਹਿੰਦਾ ਹੈ। ਪੁਰਖ ਬਹਿ ਰਹੀ ਸੂਰਮਾ। ਆ ਕਬੂਤਰ ਕਹਿਣ ਲੱਗਾ ਵੀ ਜਿਹੜਾ ਪੁਰਖ ਹੈ ਨਾ, ਇਹ ਘਰ ਤੋਂ ਬਾਹਰ ਹੀ ਸੂਰਮਾ ਬਣਦਾ ਹੈ, ਮਰਦ ਬਣਦਾ ਹੈ ਹਰ ਕੰਮ ਕਰਨ ਵਿੱਚ। ਅੰਤਰ ਘਰ ਕੇ ਖਵਾਰ। ਪਰ ਘਰ ਦੇ ਅੰਦਰ ਤੇ ਕਹਿੰਦੇ ਖਵਾਰ ਹੀ ਹੁੰਦਾ ਇਹਨੂੰ, ਘਰ ਦਾ ਕੰਮ ਕਿਵੇਂ ਕਰਨਾ, ਕਿਵੇਂ ਕਿਹੜੀ ਚੀਜ਼ ਥਾਂ ਟਿਕਾਣੇ ਰੱਖਣੀ ਹੈ। ਅੱਗ ਹੀ ਨਹੀਂ ਬਾਲਣ ਦਾ ਪਤਾ, ਭੋਜਨ ਹੀ ਨਹੀਂ ਬਣਾਉਣਾ ਆਉਂਦਾ, ਸਬਜ਼ੀ ਭਾਜੀ ਨਹੀਂ ਬਣਾਉਣੀ ਆਉਂਦੀ। ਇਸ ਕਰਕੇ ਜਿਹੜਾ ਪੁਰਖ ਹੈ ਉਹ ਘਰ ਤੋਂ ਬਾਹਰ ਤੇ ਕਹਿੰਦੇ ਵੀ ਮਰਦ ਸੂਰਮਾ ਹੈ, ਪਰ ਘਰ ਦਾ ਕੰਮ ਜਿਹੜਾ ਉਹ ਨਹੀਂ ਕੋਈ ਆਉਂਦਾ, ਘਰੇ ਖਵਾਰ ਹੀ ਹੁੰਦਾ। ਇਸ ਕਰਕੇ ਔਰਤ ਤੋਂ ਬਗੈਰ ਕਾਹਦਾ ਘਰ ਹੈ। ਨਾਉ ਪਾਈ ਸੁਨੋ ਨੀਕਰਾ ਪਤ ਬਚ ਹੋਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਹੇ ਭਾਈ ਆਨੰਦ ਸਿੰਘ ਸੁਣਨਾ ਕਰ। ਇਵੇਂ ਉਹ ਕਬੂਤਰ ਤੇ ਕਬੂਤਰੀ ਦੋਵੇਂ ਆਪਸ ਵਿੱਚ ਇੱਕ ਦੂਜੇ ਨਾਲ ਗੱਲਾਂ ਕਹਿ ਰਹੇ ਸਨ। ਕਬੂਤਰੀ ਕਹਿੰਦੀ ਹੈ ਵੀ ਪਤੀ ਤੋਂ ਬਗੈਰ ਔਰਤ ਦਾ ਸਰੀਰ ਨਰਕ ਹੈ। ਉਹ ਕਬੂਤਰ ਕਹਿ ਰਿਹਾ ਸੀ ਔਰਤ ਤੋਂ ਬਗੈਰ ਜਿਹੜਾ ਘਰ ਹੈ ਉਹਨੂੰ ਕੋਈ ਸਾਂਭ ਨਹੀਂ ਸਕਦਾ। ਇਦਾਂ ਗੱਲਾਂ ਕਰਦਿਆਂ ਕਹਿੰਦੇ ਗੱਲਾਂ ਕਰ ਹੀ ਰਹੇ ਸਨ ਤੇ ਕਰਦਿਆਂ ਮਹਾਰਾਜ ਕਹਿੰਦੇ ਕਬੂਤਰੀ ਬਲਦੀ ਹੋਈ ਅੱਗ ਦੇ ਵਿੱਚ ਜਾ ਕੇ ਡਿੱਗ ਪਈ। ਦੇਖ ਭੁੰਨੀ ਅਰ ਖਾਈ। ਤੇ ਉਹ ਜਿਹੜਾ ਥੱਲੇ ਬੈਠਾ ਸੀ ਮਨੁੱਖ, ਉਹ ਪੰਛੀਆਂ ਨੂੰ ਮਾਰ ਕੇ ਖਾਂਦਾ ਸੀ। ਜਦੋਂ ਉਹਨੇ ਵੇਖਿਆ ਵੀ ਕਬੂਤਰੀ ਅੱਗ ਦੇ ਵਿੱਚ ਡਿੱਗੀ ਹੈ, ਉਹਨੇ ਭੁੰਨ ਕੇ ਕਹਿੰਦੇ ਖਾ ਲਈ। ਤਬ ਇਹ ਕਪੋਤ ਵਿਚਾਰ ਤੇ ਬਾਦਸ਼ਾਹ ਕਹਿੰਦੇ ਵੀ ਕੁਝ ਸਮੇਂ ਬਾਅਦ ਜਿਹੜਾ ਫਿਰ ਉਹ ਕਪੋਤ ਕਬੂਤਰ ਸੀ ਨਾ, ਜਦੋਂ ਉਹਨੇ ਵੇਖਿਆ ਵੀ ਮੇਰੀ ਘਰ ਵਾਲੀ ਨੇ ਉਸ ਆਏ ਹੋਏ ਰਾਹੀ ਪਾਂਦੀ ਵਾਸਤੇ, ਮਹਿਮਾਨ ਵਾਸਤੇ ਆਪਣਾ ਸਰੀਰ ਤਿਆਗਤਾ, ਵੀ ਉਹਨਾਂ ਭੋਜਨ ਬਣ ਗਈ ਹੈ, ਫਿਰ ਕਬੂਤਰ ਵਿਚਾਰ ਕਰਨ ਲੱਗ ਪਿਆ। ਨਰਤਨ ਤੀਨ ਸਿਰ ਲੈ ਖਾਈ। ਵਿਚਾਰ ਉਹਨੇ ਇਹ ਕੀਤੀ ਵੀ ਜਿਹੜਾ ਮਨੁੱਖਾ ਸਰੀਰ ਹੁੰਦਾ ਹੈ ਨਾ, ਵੀ ਇਹ 3 ਸਿਰ ਲੈ ਕੇ ਭੋਜਨ ਖਾਂਦਾ, ਵੀ ਇੰਨੀ ਕੁ ਖੁਰਾਕ ਤਾਂ ਇਹਨੂੰ ਘੱਟੋ ਘੱਟ ਚਾਹੀਦੀ ਆ।
ਤਰਹਿ ਕਾਰ ਗਾਈ। ਵੀ ਇਹ ਹੁਣ ਜਿਹੜਾ ਘਰ ਦੇ ਵਿੱਚ ਸਾਡੇ ਪ੍ਰਾਹੁਣਾ ਆਇਆ ਇਹ ਵੀ ਇਹਨੂੰ ਕੁਝ ਖਾਣ ਨੂੰ ਕਹਿੰਦੇ ਜ਼ਰੂਰ ਮਿਲ ਗਿਆ। ਮੇਰੀ ਜੋ ਕਬੂਤਰੀ ਘਰ ਵਾਲੀ ਉਹਦਾ ਮਾਸ ਤਾਂ ਇਹਨੇ ਖਾ ਲਿਆ, ਪਰ ਫੇਰ ਵੀ ਕਹਿੰਦੇ ਵੀ ਅੱਧਾ ਕੁ ਭੁੱਖਾ ਰਹਿ ਕੇ ਚੁੱਪ ਕਰਕੇ ਬੈਠਾ ਹੈ। ਅਦ ਭੋਜਨ ਦੇ ਭੁੱਖਾ ਰੱਖੈ। ਹਾਂ ਹਾਂਜੀ। ਅਦ ਭੋਜਨ ਦੇ ਭੁੱਖਾ ਤੇ ਰੱਖੈ। ਕਬੂਤਰ ਨੇ ਵਿਚਾਰ ਕੀਤੀ ਵੀ ਜੇ ਕੋਈ ਗ੍ਰਸਤੀ ਆ ਤੇ ਘਰੇ ਆਏ ਨੂੰ ਕਹਿੰਦੇ ਅੱਧਾ ਕੁ ਭੋਜਨ ਦੇ ਕੇ ਤੇ ਅੱਧਾ ਕੁ ਭੁੱਖਾ ਹੀ ਰੱਖੇ, ਰਜਮਾ ਖਾਣ ਨੂੰ ਨਾ ਦਵੇ। ਨਰਕ ਪਰਹਿ ਦਾਤਾ ਸ਼ਰੁਤ ਭਤ। ਇਹ ਮਹਾਂਪੁਰਖ ਕਹਿੰਦੇ ਆ ਵੀ ਉਹ ਨਰਕਾਂ 'ਚ ਹੀ ਪੈਂਦਾ ਹੈ ਵੀ ਜਿਹੜਾ ਕਿਸੇ ਨੂੰ ਘਰੇ ਆਏ ਨੂੰ ਇੱਕ ਅੱਧਾ ਪ੍ਰਸ਼ਾਦਾ ਦੇ ਕੇ ਤੇ ਆਖੇ ਬਸ ਹੁਣ ਇੰਨਾ ਹੀ ਤੈਨੂੰ ਹੋਰ ਨਹੀਂ ਮਿਲਣਾ ਤੇ ਭੁੱਖਾ ਰੱਖੇ, ਉਹ ਨਰਕਾਂ 'ਚ ਪੈਂਦਾ ਹੈ ਗ੍ਰਸਤੀ। ਤਜ ਮੋਹ ਅਗਰ ਮਹਿ ਗਿਰੇ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵਿਚਾਰਾਂ ਕਰਦਿਆਂ ਸਰੀਰ ਦਾ ਪਰਿਵਾਰ ਦਾ ਮੋਹ ਛੱਡ ਕੇ ਕਹਿੰਦਾ ਟੱਬਰ ਆਪੇ ਹੀ ਰੱਬ ਪਾਲੂ। ਏਦਾਂ ਸੋਚਦਿਆਂ ਕਬੂਤਰ ਵੀ ਅੱਗ ਵਿੱਚ ਡਿੱਗ ਪਿਆ। ਭਾਰਤ ਦੀ ਕਰੁਣਾ ਭਰੇ। ਜਿਹੜਾ ਉਹ ਅਪਰਾਧੀ ਸੀ, ਜਿਹੜਾ ਉਹ ਸ਼ਿਕਾਰੀ, ਜਦੋਂ ਉਹਨੇ ਵੇਖਿਆ ਨਾ ਵੀ ਪਹਿਲਾਂ ਕਬੂਤਰੀ ਅੱਗ ਵਿੱਚ ਡਿੱਗੀ ਆ ਤੇ ਮੈਂ ਖਾ ਲਈ ਆ, ਵੀ ਹੁਣ ਕਬੂਤਰ ਆਣ ਡਿੱਗੇ ਆ, ਕਹਿੰਦੇ ਵੀ ਇਹ ਵੇਖ ਕਰਕੇ ਤੇ ਉਹਨੂੰ ਇੱਕਦਮ ਤਰਸ ਆ ਗਿਆ। ਧਨ ਧਾਨੇ ਖਗ ਤਨ ਧਰੇ। ਕਹਿਣ ਲੱਗਾ ਧੰਨ ਹੈ ਵੀ ਧੰਨ ਹੈ ਕਬੂਤਰ ਤੇ ਕਬੂਤਰੀ, ਭਾਵੇਂ ਇਹਨਾਂ ਨੇ ਪੰਛੀਆਂ ਵਾਲੇ ਹੀ ਸਰੀਰ ਧਾਰਨ ਕੀਤੇ ਹਨ। ਮਮ ਆਹਾਰ ਹਿਤ ਦੋਨੋਂ ਮਰੇ। ਵੇਖੋ ਵੀ ਪਹਿਲਾਂ ਮੇਰੇ ਲਈ ਇਹਨਾਂ ਅੱਗ ਬਾਲੀ ਤੇ ਫਿਰ ਮੇਰੀ ਭੁੱਖ ਦੂਰ ਕਰਨ ਵਾਸਤੇ ਦੋਵੇਂ ਹੀ ਮਰ ਗਏ। ਮੈਂ ਪਾਪੀ ਬੜ ਹੋਇਓ ਪਾਪ। ਤੇ ਉਹ ਜਿਹੜਾ ਸ਼ਿਕਾਰੀ ਸੀ ਉਹਨੇ ਸੋਚਿਆ ਵੀ ਮੈਂ ਤੇ ਪਹਿਲਾਂ ਹੀ ਬੜਾ ਵੱਡਾ ਪਾਪੀ ਐ ਵੀ ਪੰਛੀਆਂ ਨੂੰ ਮਾਰ ਮਾਰ ਕੇ ਖਾਂਦਾ, ਤੇ ਅੱਜ ਤਾਂ ਆਹ ਬਹੁਤ ਵੱਡਾ ਪਾਪ ਹੋ ਗਿਆ ਮੇਰੇ ਕਰਕੇ, ਦੋਵੇਂ ਮਰ ਗਏ। ਸੋ ਤਨ ਮੋਹ ਸੋ ਤਜ ਆਪ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਬੇਟਾ ਆਨੰਦ ਸਿੰਘ, ਉਹ ਕਬੂਤਰ ਤੇ ਕਬੂਤਰੀ ਦੀ ਕਰਨੀ ਵੇਖ ਕੇ ਗ੍ਰਸਤੀਆਂ ਵਾਲੀ ਮਰਿਆਦਾ ਕਿਹੜੀ ਹੋਣੀ ਚਾਹੀਦੀ ਹੈ ਵੀ ਆਪਾਂ ਵੀ ਕੁਰਬਾਨ ਕਰਦੇ ਸੇਵਾ ਕਰਨ ਲੱਗਿਆ ਤਾਂ ਕਹਿੰਦੇ ਵੀ ਉਹਦੇ ਮਨ ਦੇ ਵਿੱਚ ਵੀ ਮੋਹ ਦਾ ਤਿਆਗ ਆ ਗਿਆ। ਬਿਨਸੇ ਤਨ ਮੋਹ ਸੋ ਤਜ ਆਪ। ਉਸ ਵੇਲੇ ਕਹਿਣ ਲੱਗਾ ਵੀ ਮੈਂ ਵੀ ਆਪਣੇ ਸਰੀਰ ਦਾ ਮੋਹ ਜਿਹਾ ਛੱਡ ਕਰਕੇ ਆਪਣਾ ਸਰੀਰ ਹੀ ਤਿਆਗਦਾ ਭਾਵੇਂ। ਮੈਂ ਤਾਂ ਪਤਾ ਪਹੁੰਚੇ ਨਰ ਤਨ ਹੋਵਾ। ਆ ਜੇ ਮੈਨੂੰ ਹੁਣ ਮਨੁੱਖਾ ਸਰੀਰ ਮਿਲਿਆ ਏ ਤਾਂ ਮੈਨੂੰ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਸੀ। ਹੁਣ ਮੈਂ ਜਿੰਨਾ ਵੀ ਜੀਵਨ ਬਾਕੀ ਰਹੇਗਾ ਵਾਹਿਗੁਰੂ ਦੀ ਬੰਦਗੀ ਕਰਾਂਗਾ। ਏਕ ਪ੍ਰੇਮ ਉਮਕ ਬਹੁ ਰੋਵਾ। ਇਸ ਤਰ੍ਹਾਂ ਕਬੂਤਰ ਤੇ ਕਬੂਤਰੀ ਦਾ ਕੌਤਕ ਵੇਖ ਕੇ ਮਹਾਰਾਜ ਕਹਿੰਦੇ ਉਹ ਸ਼ਿਕਾਰੀ ਜਿਹੜਾ ਸੀ ਉਹਦੇ ਅੰਦਰ ਵੀ ਪ੍ਰੇਮ ਜਾਗ ਪਿਆ ਤੇ ਉੱਚੀ ਉੱਚੀ ਵੈਰਾਗ ਵਿੱਚ ਰੋਣ ਲੱਗ ਪਿਆ। ਉਹ ਪਾਪੀਆ ਸਦਾ ਪਾਪ ਹੀ ਕਰਦਾ ਰਿਹਾ, ਬੰਦਗੀ ਨਾ ਕੀਤੀ। ਮਹਾਰਾਜ ਤਬ ਹੁਕਮ ਬਖਾਨਾ। ਇਧਰ ਮਹਾਰਾਜ ਕਹਿੰਦੇ ਕਬੂਤਰ ਤੇ ਕਬੂਤਰੀ ਦੀ ਕੁਰਬਾਨੀ ਵੇਖ ਕੇ ਪਰਮੇਸ਼ਰ ਵੱਲੋਂ ਹੁਕਮ ਹੋ ਗਿਆ। ਬਿਮਾਨ ਭੇਜ ਦਿੱਤਾ ਵੀ ਇਹਨਾਂ ਦੋਵਾਂ ਨੇ ਬੜੀ ਮਹਾਨ ਸੇਵਾ ਕੀਤੀ ਹੈ, ਇਹਨਾਂ ਨੂੰ ਹੋਰ ਕਿਸੇ ਜੂਨ ਵਿੱਚ ਨਹੀਂ ਜਾਣ ਦਿੱਤਾ ਜਾਊ, ਇਹਨਾਂ ਨੂੰ ਸੱਚਖੰਡ ਵਿੱਚ ਲੈ ਕੇ ਆਵੋ। ਇਸ ਤਰ੍ਹਾਂ ਆਪਣੇ ਪਰਿਵਾਰ ਦੇ ਸਮੇਤ ਕਬੂਤਰ ਕਬੂਤਰੀ ਦੇ ਸਮੇਤ ਸੱਚਖੰਡ ਨੂੰ ਚਲਿਆ ਗਿਆ ਬਿਮਾਨ ਤੇ ਚੜ ਕੇ। ਤੇ ਜਿਹੜਾ ਉਹ ਬਦਕ ਸੀ ਨਾ ਸ਼ਿਕਾਰੀ, ਕਹਿੰਦੇ ਉਹਨੇ ਵੀ ਇਹ ਹੋਕਾ ਜਿਹਾ ਲੈ ਲਿਆ ਤੇ ਆਪਣੇ ਪ੍ਰਾਣ ਤਿਆਗ ਤੇ। ਪਰ ਇਹਨਾਂ ਕਬੂਤਰ ਕਬੂਤਰੀ ਨੇ ਉਸ ਬਦਕ ਨੂੰ ਵੀ ਕਹਿੰਦੇ ਬਬਾਨ ਦੇ ਵਿੱਚ ਚੜਾ ਲਿਆ ਤੇ ਉਹ ਵੀ ਬੜੇ ਆਨੰਦ ਦੇ ਨਾਲ ਹੀ ਚਲਾ ਗਿਆ ਸੱਚਖੰਡ। ਹਾਂ ਸੁਖ ਸਭ ਬਿਦ ਕੋ ਜਹਾਂ ਉਦਾਰਾ, ਜਿੱਥੇ ਸੱਚਖੰਡ ਦੇ ਵਿੱਚ ਬੇਅੰਤੀ ਸੁਖ ਹਨ। ਮਹਾਰਾਜ ਕਹਿੰਦੇ ਤਾਂ ਅਨੇਕ ਪ੍ਰਕਾਰ ਦੇ ਸੁਖ ਫਿਰ ਉਹਨਾਂ ਨੇ ਸੱਚਖੰਡ ਵਿੱਚ ਵਸ ਕੇ ਭੋਗੇ। ਮਹਾਰਾਜ ਕਹਿੰਦੇ ਹੇ ਲੜਕੇ ਹੇ ਬੇਟਾ ਆਨੰਦ ਸਿੰਘ ਸੁਣ, ਇਹ ਦੋ ਰਾਹ ਨੇ ਜਿਹੜੇ ਤੈਨੂੰ ਦੱਸੇ ਹਨ। ਹੁਣ ਤੈਨੂੰ ਅਸੀਂ ਪੁੱਛਦੇ ਆਂ ਵੀ ਜਿਹੜਾ ਪਹਿਲਾਂ ਤੈਨੂੰ ਦੱਸਿਆ ਵੀ ਜੇ ਸਾਧੂ ਬਣਨਾ ਹੈ ਤਾਂ ਸੰਤੋਖੀ ਹੋਵੇ, ਜੇ ਗ੍ਰਸਤੀ ਬਣਨਾ ਹੈ ਤਾਂ ਏਦਾਂ ਕਹਿੰਦੇ ਆਏ ਗਏ ਜੀ ਸੇਵਾ ਲਈ ਤਤਪਰ ਰਹੇ। ਹੁਣ ਤੂੰ ਦੱਸ ਵੀ ਤੇਰੇ ਦਿਲ ਨੂੰ ਕਿਹੜੀ ਗੱਲ ਪਸੰਦ ਲੱਗੀ ਹੈ? ਤੂੰ ਗ੍ਰਸਤੀ ਬਣਨਾ ਚਾਹੁੰਦਾ ਹੈ ਜਾਂ ਤਿਆਗੀ ਬਣਨਾ ਚਾਹੁੰਦਾ ਹੈ? ਜਿਸ ਕਰਕੇ ਤੂੰ ਆਪਣੀ ਮੁਕਤੀ ਚਾਹੁੰਦਾ ਹੈ ਵੀ ਮੈਂ ਮੁਕਤ ਹੋ ਜਾਵਾਂ ਸੰਸਾਰ ਤੋਂ। ਪਾਤਸ਼ਾਹ ਕਹਿੰਦੇ ਜੇ ਗ੍ਰਸਤੀ ਬਣਨਾ ਹੈ ਤਾਂ ਕਬੂਤਰ ਕਬੂਤਰੀ ਦੀ ਉਦਾਹਰਨ ਹੀ ਦਿੱਤੀ ਹੈ ਵੀ ਇਦਾਂ ਦਾ ਗ੍ਰਸਤੀ ਹੋਵੇ। ਜੇ ਤਿਆਗੀ ਬਣਨਾ ਹੈ ਤਾਂ ਜਿਵੇਂ ਪਿੱਛੇ ਮਹਾਤਮਾ ਦੀ ਗੱਲ ਦੱਸੀ ਉਦਾਂ ਦਾ ਬਣ
ਨਹੀਂ ਤਾਂ ਕਹਿੰਦੇ ਫਿਰ ਖਵਾਰ ਹੋਣ ਵਾਲੀਆਂ ਗੱਲਾਂ ਹੀ ਆ, ਧੱਕੇ ਹੀ ਖਾਣ ਵਾਲੀਆਂ ਗੱਲਾਂ ਹਨ। ਭੇਖ ਅਨੇਕ ਬਵੇਕਹਿ ਹਨ। ਅਨੇਕਾਂ ਹੀ ਲੋਕ ਭੇਖ ਧਾਰੀ ਫਿਰਦੇ ਆ, ਗਿਆਨ ਤੋਂ ਬਗੈਰ ਧੱਕੇ ਹੀ ਖਾਂਦੇ ਹਨ। ਗ੍ਰਸਤੀ ਅਪਰਸਾਦ ਪੀ ਪਾਤਸ਼ਾਹ ਕਹਿੰਦੇ ਦੁਨੀਆ 'ਚ ਬੜੇ ਗ੍ਰਸਤੀ ਤੇ ਬੜੇ ਸਾਧ ਬਣੇ ਫਿਰਦੇ ਹਨ, ਪੂਰਾ ਉਤਰਹਿ ਹਿਤ ਸਨ। ਪਰ ਹਿੱਤ ਦੇ ਨਾਲ ਕੋਈ ਆਪਣੇ ਭੇਖ 'ਚ ਪੂਰਾ ਉਤਰਦਾ, ਕੋਈ ਗ੍ਰਸਤੀ ਹੀ ਨੇਕ ਨਿਕਲਦਾ, ਕੋਈ ਮਹਾਤਮਾ ਹੀ ਸੰਤੋਖੀ ਹੁੰਦਾ, ਬਾਕੀ ਪਖੰਡੀ ਤੁਰੇ ਫਿਰਦੇ ਨੇ। ਗੁਰ ਦੀਵਾਨ ਮਹਿ ਤੂੰ ਸੱਚ ਭਾਖੋ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਇੱਥੇ ਗੁਰੂ ਸਾਹਿਬ ਦਾ ਜਿਹੜਾ ਦੀਵਾਨ ਲੱਗਿਆ, ਇਹਦੇ ਵਿੱਚ ਸਿੱਖਾ ਤੂੰ ਸੱਚੋ ਸੱਚ ਕਹਿ। ਕਿਆ ਮਾਨਹਿ ਗੋ ਕਰਨ ਭਿਲਾਖੋ। ਤੇਰੇ ਮਨ ਦੇ ਵਿੱਚ ਕਹਿੰਦੇ ਕੀ ਕਰਨ ਦੀ ਅਭਲਾਖਾ ਹੈ, ਤੂੰ ਕੀ ਚਾਹੁੰਦਾ ਜਾਂ ਕੀ ਕਰੇਗਾ। ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਜੀ ਨੇ, ਆਨੰਦ ਸਿੰਘ 18 ਸਾਲ ਦਾ ਨੌਜਵਾਨ ਹੈ, ਇਹ ਘਰ-ਬਾਰ ਦਾ ਤਿਆਗੀ ਹੋਇਆ ਫਿਰਦਾ ਸੀ, ਇਹਦਾ ਵਿਆਹ ਹੋਇਆ ਸੀ ਤੇ ਘਰ ਦੀ ਮਰਿਆਦਾ ਨਹੀਂ ਸੀ ਨਿਭਾਉਂਦਾ। ਸਾਹਿਬਾਂ ਨੇ ਇਹਨੂੰ 2 ਉਦਾਹਰਨਾਂ ਦਿੱਤੀਆਂ ਨੇ ਵੀ ਜੇ ਤਿਆਗੀ ਬਣਨਾ ਹੈ ਤਾਂ ਇਦਾਂ ਦਾ ਬਣੀ ਵੀ ਫਿਰ ਲੋਕਾਂ ਨੂੰ ਸਰਾਫ ਨਾ ਦਿੰਦਾ ਫਿਰੀ ਵੀ ਮੇਰੀ ਭਗਤੀ ਨਹੀਂ, ਮੇਰਾ ਸਤਿਕਾਰ ਨਹੀਂ ਕੀਤਾ, ਮੇਰੀ ਸੇਵਾ ਨਹੀਂ ਕੀਤੀ। ਕਹਿੰਦੇ ਸੰਤੋਖ 'ਚ ਰਹਿਣਾ, ਜੇ ਮਿਲ ਗਿਆ ਤਾਂ ਵੀ ਠੀਕ, ਜੇ ਕੁਝ ਨਾ ਮਿਲਿਆ ਤਾਂ ਵੀ ਸੱਤ। ਤੇ ਜੇ ਗ੍ਰਸਤੀ ਬਣਨਾ ਹੈ ਤਾਂ ਇਦਾਂ ਦਾ ਬਣੀ ਜਿਵੇਂ ਆ ਕਬੂਤਰ ਤੇ ਕਬੂਤਰੀ ਨੇ ਆਪਾਂ ਵੀ ਕੁਰਬਾਨ ਕਰਤਾ। ਬਾਪ ਘਰ ਆਏ ਦੀ ਭਾਵਨਾ ਨਾਲ ਸੇਵਾ ਕਰਨੀ, ਵੀ ਨੱਕ ਬੁੱਲ ਦੇ ਨਹੀਂ ਵੱਟਣੇ ਵੀ ਹੁਣ ਇਹ ਆ ਗਿਆ, ਇਹਨੂੰ ਰੋਟੀ ਦੇਣੀ ਪਊ, ਇਹਨੂੰ ਚਾਹ ਪਿਉਣੀ ਪਊ, ਇਹਨੂੰ ਫਲਾਨਾ ਪਾਣੀ ਪਿਉਣਾ ਪਊ। ਇਦਾਂ ਦਾ ਕਹਿੰਦੇ ਗ੍ਰਸਤੀ ਹੋ ਕੇ ਵਿਚਾਰ ਨਾ ਹੋਵੇ, ਜਿਹੜਾ ਕੋਈ ਆਵੇ ਖੁਸ਼ ਹੋ ਜਾਵੇ ਵੀ ਕੋਈ ਆਇਆ ਵੀ ਇਹਦੀ ਸੇਵਾ ਕਰੀਏ। ਜੇ ਗ੍ਰਸਤੀ ਬਣਨਾ ਹੈ ਤਾਂ ਵੀ ਇਦਾਂ ਦਾ ਬਣ, ਜੇ ਤਿਆਗੀ ਬਣਨਾ ਹੈ ਤਾਂ ਵੀ ਇਦਾਂ ਦਾ ਬਣ, ਜਿਹੋ ਜਿਹੀਆਂ ਉਦਾਹਰਨਾਂ ਦਿੱਤੀਆਂ ਨੇ। ਸਾਹਿਬਾਂ ਨੇ ਇਹਨੂੰ ਪੁੱਛਿਆ ਵੀ ਤੂੰ ਦੱਸ ਕਿਹੋ ਜਿਹਾ ਗ੍ਰਸਤੀ ਬਣਨਾ ਹੈ। ਭਗਤ ਕਬੀਰ ਸਾਹਿਬ ਜੀ ਦੀ ਵੀ ਇੱਕ ਉਦਾਹਰਨ ਦੇਣਗੇ ਤੇ ਫਿਰ ਜਿਵੇਂ ਕਹੇਗਾ ਮਹਾਰਾਜ ਮੈਂ ਗ੍ਰਸਤੀ ਹੀ ਠੀਕ ਹਾਂ। ਇਹ ਸਾਖੀ ਆਪਾਂ ਕੱਲ ਸਰਵਣ ਕਰਾਂਗੇ। ਗੁਰੂ ਸਾਹਿਬ ਜੀ ਦੇ ਪਰਮ ਪਵਿੱਤਰ ਇਤਿਹਾਸ ਦੀ ਵਿਚਾਰ ਕਰਦੇ ਹਾਂ। ਅਨੇਕਾਂ ਹੀ ਭੁੱਲਾਂ ਗਲਤੀਆਂ ਹੋਈਆਂ ਹਨ, ਗੁਰੂ ਮਹਾਰਾਜ ਦੇ ਗੁਰੂ ਕੀ ਸੰਗਤ ਬਖਸ਼ਿੰਦਾ, ਬਖਸ਼ਣਹਾਰ ਹੈ, ਬਖਸ਼ ਲੈਣਾ। ਗ੍ਰਸਤੀ ਅਪਰਸਾਦ ਪੀ ਘਨੇ, ਕੋ ਪੂਰਾ ਉਤਰਹਿ ਹਿਤ ਸਨੇ। ਗੁਰ ਦੀਵਾਨ ਮਹਿ ਤੂੰ ਸੱਚ ਭਾਖੋ, ਕਿਆ ਮਾਨਹਿ ਗੋ ਕਰਨ ਭਿਲਾਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ